ਕੀਤੀ ਕਿ ਮਹਾਰਾਜ ਜੀ ਸਾਡੇ ਉੱਤੇ ਪਰਉਪਕਾਰ ਕਰੋ, ਸਾਡਾ ਕਲਿਆਣ ਕਰੋ, ਸਾਡੀ ਰੂਹ ਦਾ, ਸਾਡਾ ਜਨਮ ਮਰਨ ਕੱਟਿਆ ਜਾਵੇ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਭਾਈ ਇਹ ਜਿਹੜੇ ਸੰਸਾਰ ਦੇ ਲੋਕ ਜਿੰਨੇ ਨੇ ਨਾ, ਇਹ ਸਾਰੇ ਔਗਣ ਇਕੱਠੇ ਕਰ ਰਹੇ ਨੇ, ਗੁਣਾਂ ਨੂੰ ਨਹੀਂ ਇਕੱਠੇ ਕਰ ਰਹੇ। ਤੋ ਜਿੰਨੇ ਵੀ ਔਗਣ ਨੇ ਮਹਾਰਾਜ ਜੀ ਕਹਿੰਦੇ ਨੇ ਇਹ ਸਾਰੇ ਗਲੇ ਦੀਆਂ ਜੰਜੀਰਾਂ ਨੇ। ਤੋ ਔਗਣਾਂ ਕਰਕੇ ਫਿਰ ਮੈਲੇ ਹੋਏ ਰਹਿੰਦੇ ਆ ਔਰ ਜੰਮਦੇ ਰਹਿੰਦੇ ਆ ਔਰ ਮਰਦੇ ਰਹਿੰਦੇ ਨੇ ਲੋਕ। ਤੇ ਮਹਾਰਾਜ ਨੇ ਕਿਹਾ ਸੀ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜਿੰਨੇ ਵੀ ਔਗਣ ਨੇ ਇਹ ਸਾਰੇ ਗਲੇ ਦੀਆਂ ਜੰਜੀਰਾਂ ਨੇ, ਪਰ ਇਹ ਕਿਵੇਂ ਕੱਟੀਆਂ ਜਾ ਸਕਦੀਆਂ ਨੇ? ਜੇ ਗੁਣ ਹੋਣ ਤਾਂ ਕੱਟੀਆਂ। ਮਹਾਰਾਜ ਕਹਿੰਦੇ ਜੇ ਗੁਣ ਹੋਣਗੇ ਤਾਂ ਔਗਣਾਂ ਦੀਆਂ ਜੰਜੀਰਾਂ ਜਿਹੜੀਆਂ ਕੱਟੀਆਂ ਜਾਣਗੀਆਂ, ਫਿਰ ਸਾਡੀ ਜਿਹੜੀ ਖਲਾਸੀ ਹੋ ਸਕਦੀ ਹੈ। ਫਿਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਅਸੀਂ ਗੁਣਾਂ ਕਿਵੇਂ ਧਾਰਨ ਕਰੀਏ, ਕਿਵੇਂ ਅਸੀਂ ਗੁਣਵਾਨ ਹੋ ਜਾਈਏ? ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਵੀ ਜਿੰਨੇ ਵੀ ਗੁਣ ਆ ਧਾਰਮਿਕ ਗ੍ਰੰਥਾਂ ਵਿੱਚ ਜਿਨ੍ਹਾਂ ਦਾ ਵੀ ਜ਼ਿਕਰ ਕੀਤਾ ਗਿਆ, ਸਤ, ਸੰਤੋਖ, ਦਇਆ, ਧਰਮ, ਧੀਰਜ, ਸਹਿਣ ਸ਼ਕਤੀ, ਖਿਮਾ ਕਰ ਦੇਣਾ, ਮਿਠਾਸ, ਗਿਆਨ, ਨਿਰਭਉ, ਨਿਰਵੈਰ, ਜਿੰਨੇ ਵੀ ਗੁਣ ਗ੍ਰੰਥਾਂ ਵਿੱਚ ਜ਼ਿਕਰ ਆ ਜਿਨ੍ਹਾਂ ਦਾ, ਇਹ ਸਾਰੇ ਗੁਣ ਜਿਹੜੇ ਨੇ ਅਗਰ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਈਏ ਨਾ, ਆਪਣੇ ਆਪ ਹੀ ਗੁਣ ਜਿਹੜੇ ਅੰਦਰ ਆਈ ਜਾਣੇ ਨੇ ਤੇ ਮੈਲਾਂ ਜਿਹੜੀਆਂ ਨੇ ਉਤਰਨੀਆਂ ਸ਼ੁਰੂ ਹੋ ਜਾਣੀਆਂ ਨੇ। ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਕਿ ਅਗਰ ਜਿਹਦਾ ਪਰਮਾਤਮਾ ਨਾਲ ਕਨੈਕਸ਼ਨ ਜੁੜਨ ਲੱਗ ਗਿਆ, ਉਹਦੇ ਰੱਬੀ ਗੁਣ ਉਹਦੇ ਵਿੱਚ ਪ੍ਰਵੇਸ਼ ਹੋਈ ਜਾਣੇ ਨੇ ਤੇ ਉਹਦੀਆਂ ਮੈਲਾਂ ਸਾਫ਼ ਹੋਈ ਜਾਣੀਆਂ ਨੇ। ਫਿਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਭਗਤੀ ਅਸੀਂ ਕਿਵੇਂ ਕਰੀਏ, ਸਾਨੂੰ ਭਗਤੀ ਬਾਰੇ ਸਮਝਾਓ। ਤੋ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ 3 ਤਰ੍ਹਾਂ ਦੀ ਭਗਤੀ ਹੁੰਦੀ ਹੈ। ਪਰਮਾਤਮਾ ਦੀ ਜਿਹੜੀ ਭਗਤੀ ਹੈ 3 ਤਰ੍ਹਾਂ। ਸਭ ਤੋਂ ਪਹਿਲੀ ਮਹਾਰਾਜ ਨੇ ਕਿਹਾ ਨਵਦਾ ਭਗਤੀ, ਫਿਰ ਪ੍ਰੇਮਾ ਭਗਤੀ, ਫਿਰ ਪਰਾ ਭਗਤੀ। ਤੇ ਪਿਛਲੇ ਹਫ਼ਤੇ ਅਸੀਂ ਵਿਚਾਰਾਂ ਕੀਤੀਆਂ ਸਨ ਕਿ ਗੁਰੂ ਮਹਾਰਾਜ ਨੇ ਨਵਦਾ ਭਗਤੀ ਜਿਹੜੀ ਹੈ ਨਾ, ਇਹਦੀਆਂ 9 ਯੋਗਤਾਂ, 9 ਟੈਕਨੀਕਸ ਦੱਸੀਆਂ ਸਨ ਵੀ ਕਿਵੇਂ ਨਵਦਾ ਭਗਤੀ ਕੀਤੀ ਜਾ ਸਕਦੀ ਹੈ। ਤਾਂ ਹੁਣ ਉਹਦੀ ਡਿਟੇਲ ਵਿੱਚ ਅਸੀਂ ਨਹੀਂ ਜਾਵਾਂਗੇ, ਬਸ ਇੱਕ ਵਾਰ ਨਵਦਾ ਭਗਤੀ ਦੇ ਜਿਹੜੇ 9 ਯੋਗਤਾਂ ਨੇ ਉਹ ਅਸੀਂ ਜਿਹੜਾ ਜ਼ਿਕਰ ਕਰ ਲੈਂਦੇ ਹਾਂ। ਕਿ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਸੀ ਸਰਵਣ ਭਗਤੀ, ਸੁਣਨਾ ਗੁਰੂ ਦੇ ਬਚਨਾਂ ਨੂੰ। ਉਹ ਕਥਾ ਵਿੱਚ ਵੀ ਹੋ ਸਕਦਾ, ਕੀਰਤਨ ਵਿੱਚ ਵੀ ਹੋ ਸਕਦਾ, ਬਾਣੀ ਪੜ੍ਹ ਕੇ ਵੀ ਹੋ ਸਕਦਾ, ਜਿਹੜਾ ਆਪਣੇ ਨਾਮ ਸੁਣ ਰਹੇ ਹਾਂ, ਸੁਣਨਾ, ਬਿਲਕੁਲ ਸੁਣਨਾ, ਹਿਰਦੇ ਤੋਂ ਧਿਆਨ ਦੇ ਨਾਲ, ਸਾਵਧਾਨ ਇਕਾਗਰਚਿਤ ਹੋ ਕੇ, ਜੋ ਸਰਵਣ ਭਗਤੀ। ਫਿਰ ਮਾਰਾਂਗੇ ਕਥਾ ਕੀਰਤਨ ਭਗਤੀ, ਜੋ ਸੁਣਿਆ, ਕਥਾ ਸੁਣੀ, ਕੀਰਤਨ ਸੁਣਿਆ, ਬਾਣੀ ਸੁਣੀ, ਹੁਣ ਉਹ ਆਪ ਕਰਨਾ, ਮਤਲਬ ਖੁਦ ਬਾਣੀ ਪੜ੍ਹਨੀ, ਕੀਰਤਨ ਕਰਨਾ, ਉਹਦੇ ਹਰੀ ਦੇ ਗੁਣ ਗਾਣੇ, ਉਹਦੀ ਕਥਾ ਦੇ ਵਿੱਚ ਵਿਚਰਨਾ, ਕਥਾ ਕੀਰਤਨ ਭਗਤੀ। ਅੱਗੇ ਮਹਾਰਾਜ ਨੇ ਕਿਹਾ ਸੀ ਸਿਮਰਨ ਭਗਤੀ, ਪਰਮਾਤਮਾ ਦੀ ਯਾਦ ਦੇ ਵਿੱਚ ਰਹਿਣਾ, ਉਠਤ ਬੈਠਤ ਸੋਵਤ ਜਾਗਤ ਹੀ ਮਨ ਤੁਝੈ ਚਿਤਾਰੇ, ਕੰਮ ਕਾਰ ਕਰਦਿਆਂ ਕਰਦਿਆਂ ਵੀ ਪਰਮਾਤਮਾ ਨੂੰ ਯਾਦ ਰੱਖਣਾ, ਉਹਨੂੰ ਚਿੱਤੇ ਵਿੱਚ ਰੱਖਣਾ। ਤੇ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਨੀ ਆ, ਬਾਕੀ ਆਪਣੇ ਦਿਨ ਵਿੱਚ ਕਾਰ ਵਿਹਾਰ ਕਰਦਿਆਂ ਵੀ ਪਰਮਾਤਮਾ ਦੀ ਯਾਦ ਵਿੱਚ ਰਹਿਣਾ। ਚੌਥਾ ਮਹਾਰਾਜ ਨੇ ਕਿਹਾ ਸੀ ਪਾਦ ਸੇਵਨ ਭਗਤੀ, ਪਰਮਾਤਮਾ ਦੇ, ਆਪਣੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ, ਇੰਨਾ ਕੁ ਪ੍ਰੇਮ ਕਿ ਬਸ ਚਰਨਾਂ ਵਿੱਚ ਹੀ ਮੱਥਾ ਟਿਕਿਆ ਰਹੇ। ਪਾਦ ਸੇਵਨ ਭਗਤੀ ਮਤਲਬ ਕਿ ਗੁਰਬਾਣੀ ਵਿੱਚ ਦੱਸਿਆ ਕਿ ਗੁਰੂ ਕੇ ਚਰਨ ਕੀ ਨੇ, ਗੁਰੂ ਦੇ ਬਚਨ ਹੀ ਗੁਰੂ ਕੇ ਚਰਨ ਨੇ। ਸੋ ਜੋ ਗੁਰਬਾਣੀ ਸਾਨੂੰ ਗਿਆਨ ਦੇ ਰਹੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹ ਸਾਡੀ ਸੁਰਤੀ ਵਿੱਚ ਰਹੇ। ਇਹ ਵੀ ਚਰਨਾਂ ਦਾ ਹੀ ਧਿਆਨ ਹੈ। ਤੋ ਜਦ ਤੱਕ ਆਪਣੇ 10 ਪਾਤਸ਼ਾਹੀ ਸਰੀਰਕ ਰੂਪ ਵਿੱਚ ਵਿਚਰੇ ਨੇ, ਉਦੋਂ ਜਿਹੜੇ ਸਿੱਖ ਸੀਗੇ ਉਹ ਗੁਰੂ ਮਹਾਰਾਜ ਦੇ ਚਰਨਾਂ ਨੂੰ ਨਿਹਾਰ ਕੇ ਉਸ ਤਰ੍ਹਾਂ ਵੀ ਭਗਤੀ ਕਰਦੇ ਸਨ। ਲੇਕਿਨ ਹੁਣ ਮਹਾਰਾਜ ਨੇ ਮਤਲਬ ਬਾਣੀ ਵਿੱਚ ਸਾਨੂੰ ਦੱਸ ਦਿੱਤਾ ਵੀ ਗੁਰੂ ਦੀ ਬਾਣੀ ਹੀ ਗੁਰੂ ਕੇ ਚਰਨ ਨੇ। ਅਗਲੀ ਭਗਤੀ ਕਿਹਾ ਭੋਜਨ ਭਗਤੀ, ਵੀ ਖਾਣਾ ਬਣਾਉਣਾ, ਜਿਹੜਾ ਪਰਮਾਤਮਾ ਦਾ ਸ਼ੁਕਰ ਕਰਕੇ, ਪਰਮਾਤਮਾ ਦੀ ਯਾਦ ਦੇ ਵਿੱਚ, ਔਰ ਇਵੇਂ ਕਿ ਪਹਿਲਾਂ ਪਰਮਾਤਮਾ ਸਵੀਕਾਰ ਕਰੇ, ਫਿਰ ਅਸੀਂ, ਸਾਡਾ ਗੁਰੂ ਪਹਿਲਾਂ ਸਵੀਕਾਰ ਕਰੇ, ਫਿਰ ਗੁਰੂ ਦਾ ਦਿੱਤਾ ਅਸੀਂ ਛਕਣਾ। ਜਿਵੇਂ ਅਸੀਂ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਭੋਗ ਲਗਾਉਂਦੇ ਹਾਂ, ਜਾਂ ਸੁੱਚਮਤਾ ਦੇ ਨਾਲ ਲੰਗਰ ਤਿਆਰ ਕਰਕੇ ਭੋਗ ਲਗਾਉਂਦੇ ਹਾਂ, ਤੇ ਇਹ ਇੱਕ ਬੜੀ ਸੁੰਦਰ ਭਾਵਨਾ ਵਾਲੀ ਭਗਤੀ ਹੈ। ਔਰ ਮਾਨੇ ਕਿ ਨਮਸਕਾਰ ਭਗਤੀ, ਵੀ ਬਾਰੰਬਾਰ ਹਿਰਦਾ ਜਿਹੜਾ ਨਮਸਕਾਰ ਕਰੇ ਆਪਣੇ ਗੁਰੂ ਨੂੰ, ਪਰਮਾਤਮਾ ਨੂੰ, ਆਪਣੇ ਇਸ਼ਟ ਨੂੰ। ਇਹ ਤੋਂ ਅਗਲੀ ਭਗਤੀ ਕਿਹਾ ਸੀ ਦਾਸਾ ਭਾਵ ਭਗਤੀ,
ਕਿ ਗੁਰੂ ਨੂੰ, ਪਰਮਾਤਮਾ ਨੂੰ ਆਪਣਾ ਮਾਲਕ ਸਮਝ ਲੈਣਾ ਔਰ ਆਪ ਦਾਸ ਬਣ ਕੇ ਰਹਿਣਾ। ਤੋ ਇਹ ਵੀ ਬੜੀ ਪ੍ਰੇਮ ਭਰੀ ਭਗਤੀ ਹੁੰਦੀ ਹੈ। ਦਾਸਾ ਭਾਵ ਜਿਹੜੀ ਭਗਤੀ ਆ, ਜਦੋਂ ਅੰਦਰ ਇੱਕ ਭਾਵ ਆਉਣ ਲੱਗ ਜਾਂਦਾ ਨਾ, ਇਹ ਆਪਣੇ ਆਪ ਹੀ ਜਿਹੜਾ ਅੰਦਰਲਾ ਜਿਹੜਾ ਸਿਸਟਮ ਹੈ ਨਾ, ਉਹ ਝੁਕਣਾ ਸ਼ੁਰੂ ਹੋ ਜਾਂਦਾ। ਬੜਾ ਸੁੰਦਰ ਹੈ ਸਾਰੀਆਂ ਭਗਤੀਆਂ ਦੇ ਜਿਹੜੇ ਪ੍ਰਕਾਰ ਮਹਾਰਾਜ ਨੇ ਸਮਝਾਏ ਨੇ, ਬੜੀਆਂ ਸੁੰਦਰ ਨੇ। ਦਾਸਾ ਭਾਵ ਭਗਤੀ ਤੋਂ ਮਹਾਰਾਜ ਨੇ ਕਿਹਾ ਸਖਾ ਭਾਵ ਭਗਤੀ, ਆਪਣੇ ਗੁਰੂ ਨੂੰ, ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਣਾ। ਹਰ ਗੱਲ ਆਪਣੇ ਸਖਾ ਦੇ ਨਾਲ ਹੀ ਕਰਨੀ, ਮਿੱਤਰ ਦੇ ਨਾਲ। ਔਰ ਜੋ ਸਖਾ ਮਿੱਤਰ ਗੁਰੂ ਪਰਮਾਤਮਾ ਕਰ ਰਿਹਾ, ਉਹ ਭਲਾ ਲੱਗਣ ਲੱਗ ਜਾਂਦਾ। ਉਹ ਫਿਰ ਕੋਈ ਇਤਰਾਜ਼ ਨਹੀਂ ਹੁੰਦਾ ਜੀਵਨ ਦੇ ਵਿੱਚ। ਇਹਦੇ 'ਚ ਹੈ ਵੀ ਮੇਰਾ ਸਖਾ, ਮੇਰਾ ਮਿੱਤਰ ਜੋ ਮੇਰੇ ਨਾਲ ਕਰ ਰਿਹਾ, ਉਹ ਭਲਾ ਹੀ ਭਲਾ ਹੋ ਰਿਹਾ। ਅਗਲੀ ਭਗਤੀ ਹੈ ਜੀ ਅਰਪਣ ਭਗਤੀ, ਟੋਟਲ ਸਰੈਂਡਰ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਭਾਈ। ਬਿਲਕੁਲ ਤਨ ਵੀ ਗੁਰੂ ਦਾ ਹੀ ਸਮਝਣਾ, ਪਰਮਾਤਮਾ ਦਾ। ਮਨ ਵੀ ਉਹਦਾ ਸਮਝ ਕੇ ਵੀ ਮਨ ਵਿੱਚ ਉਹਦੇ ਵਿਚਾਰ ਚੱਲਣੇ, ਉਹੋ ਜਿਹਾ ਹੀ ਜੀਣਾ ਜਿਹੋ ਜਿਹਾ ਗੁਰੂ ਕਹਿੰਦਾ ਆ। ਤੋ ਜੋ ਧਨ ਵੀ ਹੈ ਸਾਰਾ ਗੁਰੂ ਨੂੰ ਅਰਪਣ ਕਰਕੇ, ਹਰ ਤਰ੍ਹਾਂ ਟੋਟਲ ਸਰੈਂਡਰ, ਅਰਪਣ ਭਗਤੀ, ਆਪਣਾ ਆਪ ਹੀ ਸਮਰਪਿਤ ਕਰ ਦੇਣਾ। ਇਹ ਮਹਾਰਾਜ ਨੇ ਨਵਤਾ ਭਗਤੀ ਦੱਸੀ ਸੀ ਕਿ ਇਹ 9 ਪ੍ਰਕਾਰ ਨੇ ਇਹਦੇ ਵਿੱਚ। ਇਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਨੇ ਦੱਸਿਆ ਵੀ ਇਸ ਤੋਂ ਅਗਲੀ ਹੈਗੀ ਪ੍ਰੇਮਾ ਭਗਤੀ। ਔਰ ਗੁਰੂ ਮਹਾਰਾਜ ਨੇ ਇਹ ਵੀ ਵਚਨ ਕਹੇ ਸੀ ਕਿ ਨਵਦਾ ਭਗਤੀ ਜਿਹੜੀ ਹੈ, 9 ਪ੍ਰਕਾਰ ਜਿਹੜੇ ਇਹਦੇ ਵਿੱਚ ਦੱਸੇ ਨੇ, ਇਹਦੇ ਵਿੱਚੋਂ ਕੋਈ ਇੱਕ ਵੀ ਭਗਤੀ ਨੂੰ, ਇੱਕ ਪ੍ਰਕਾਰ ਦੀ ਭਗਤੀ ਨੂੰ ਵੀ ਸੰਪੂਰਨ ਰੂਪ ਦੇ ਵਿੱਚ ਅਪਣਾ ਲਵੇ, ਉਹਦਾ ਕਲਿਆਣ ਹੋ ਕੇ ਹੀ ਰਹੇਗਾ। ਔਰ ਜਿਹੜਾ ਇਹ 9 ਹੀ ਤਰ੍ਹਾਂ ਦੇ ਨਾਲ ਭਗਤੀ ਕਰੇ, ਉਹਦਾ ਤਾਂ ਫਿਰ ਕਹਿਣਾ ਹੀ ਕੀ ਆ, ਉਹਦਾ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਮਤਲਬ ਕੋਈ ਵੀ ਸਾਨੂੰ ਤਰੀਕਾ ਚੰਗਾ ਲੱਗੇ, ਕਿਸੇ ਨੂੰ ਕੀਰਤਨ ਅੱਛਾ ਲੱਗ ਰਿਹਾ ਹੈ, ਮਤਲਬ ਕੀਰਤਨ 'ਚ ਰੂਹ ਭਿੱਜਦੀ ਆ, ਉਹ ਕੀਰਤਨ ਵਿੱਚ ਹੀ ਡੁੱਬੇ। ਕਿਸੇ ਨੂੰ ਬਾਣੀ ਪੜ੍ਹਨੀ ਸੁਣੀ ਅੱਛੀ ਲੱਗਦੀ ਆ, ਉਹਦੇ ਵਿੱਚ ਹੀ ਡੁੱਬੇ। ਜਿਵੇਂ ਵੀ ਜੋ ਵੀ ਭਾਵ ਉਪਜਦੇ ਨੇ, ਜਿਵੇਂ ਚੰਗਾ ਲੱਗਦਾ, ਜਿਵੇਂ ਸਾਡੀ ਰੂਹ ਭਿੱਜਦੀ, ਮਤਲਬ ਤਾਂ ਹੈ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗਣਾ, ਤਾਂ ਹੀ ਸਾਡੀਆਂ ਮੈਲਾਂ ਉਤਰਨਗੀਆਂ। ਇਸ ਤੋਂ ਅਗਲੀ ਮਹਾਰਾਜ ਨੇ ਦੱਸੀ ਪ੍ਰੇਮਾ ਭਗਤੀ। ਔਰ ਗੁਰੂ ਮਹਾਰਾਜ ਨੇ ਕਿਹਾ ਇਹ ਨਵਦਾ ਭਗਤੀ ਵਿੱਚੋਂ ਹੋਏ ਤੋਂ ਬਿਨਾਂ ਅੰਦਰ ਪ੍ਰੇਮ ਹੀ ਨਹੀਂ ਉਪਜ ਸਕਦਾ, ਵੀ ਪ੍ਰੇਮਾ ਭਗਤੀ ਤੱਕ ਜਾਇਆ ਹੀ ਨਹੀਂ ਜਾ ਸਕਦਾ। ਹੁਣ ਪ੍ਰੇਮਾ ਭਗਤੀ ਦੀ ਅਵਸਥਾ ਮਹਾਰਾਜ ਜੀ ਜੋ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ, ਉਹਦੇ ਅਸੀਂ ਦਰਸ਼ਨ ਕਰਾਂਗੇ। ਔਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਵੀ ਪ੍ਰੇਮਾ ਭਗਤੀ ਵਰਗਾ ਪਰਮ ਸੁੱਖ ਦੁਨੀਆ ਦੇ ਕਿਸੇ ਵੀ ਪਦਾਰਥ, ਕਿਸੇ ਸ਼ੈ ਵਿੱਚ ਨਹੀਂ। ਜਿਹੜਾ ਪ੍ਰੇਮਾ ਭਗਤੀ ਦੇ ਵਿੱਚ ਇੱਕ ਸੁੱਖ ਆ, ਇੱਕ ਆਨੰਦ ਆ, ਇੱਕ ਰਸ ਆ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਪਰਮ ਸੁੱਖ ਹੈ। ਮਹਾਰਾਜ ਕਹਿੰਦੇ ਨੇ, ਔਰ ਇਹ ਜਿਹੜੀ ਭਗਤੀ ਹੈ ਨਾ, ਇਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਗੁਰੂ ਮਤਲਬ ਜੋ ਗੁਰੂ ਸਮਝਾ ਰਹੇ ਨੇ, ਜੋ ਗੁਰੂ ਵਚਨ ਕਰ ਰਹੇ ਨੇ, ਗੁਰੂ ਮਹਾਰਾਜ ਜੀ ਜੋ ਗਿਆਨ ਦੇ ਰਹੇ ਨੇ, ਔਰ ਜੋ ਗੁਰੂ ਮਹਾਰਾਜ ਦੀ ਆਪਣੀ ਕਿਰਪਾ ਦ੍ਰਿਸ਼ਟੀ ਪੈਂਦੀ ਉੱਤੇ, ਉਸ ਤੋਂ ਬਿਨਾਂ ਨਹੀਂ ਭਗਤੀ ਹੋ ਸਕਦੀ। ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੇ ਸਭ ਕੋਈ। ਸਾਰੇ ਕਹਿੰਦੇ ਜਿੰਨਾ ਮਰਜ਼ੀ ਚਾਹੁੰਦੇ ਰਹਿਣ, ਵੀ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਪਾਈ ਨਹੀਂ ਜਾ ਸਕਦੀ ਭਗਤੀ। ਸੋ ਗੁਰੂ ਦੀ ਕਿੰਨੀ ਸਾਨੂੰ ਲੋੜ ਹੈ ਸੰਗਤ ਜੀ। ਔਰ ਮਹਾਰਾਜ ਜੀ ਕਹਿੰਦੇ ਨੇ, ਜਦੋਂ ਤੁਹਾਨੂੰ ਪ੍ਰੇਮ ਹੋਣ ਲੱਗ ਜਾਂਦਾ ਪਰਮਾਤਮਾ ਦੇ ਨਾਲ, ਸੱਚੇ ਸਾਹਿਬ ਦੇ ਨਾਲ, ਉਹ ਤਾਂ ਸਮਾਂ, ਉਹ ਮੂਮੈਂਟ, ਉਹ ਤਾਂ ਧੰਨ ਆ, ਸਫਲ ਮੂਰਤ, ਸਫਲਾ ਘੜੀ, ਜੇ ਸੱਚੇ ਨਾਲ ਪਿਆਰ। ਜਦੋਂ ਸੱਚੇ ਦੇ ਨਾਲ ਪਿਆਰ ਆਉਂਦਾ ਨਾ, ਸਮਝ ਲਿਆ ਕਰੋ ਵੀ ਉਹ ਮੁਬਾਰਕ ਹੈ ਉਹ ਸਮਾਂ। ਕਦੀ ਕਦੀ ਤਾਂ ਸਾਨੂੰ ਸਾਰਿਆਂ ਨੂੰ ਆਉਂਦਾ ਨਾ, ਲੇਕਿਨ ਜਿਹੜੀ ਪ੍ਰੇਮਾ ਭਗਤੀ ਵਾਲੇ ਉਹ ਤਾਂ ਫਿਰ ਡੁੱਬੇ ਹੀ ਰਹਿੰਦੇ ਨੇ। ਲੇਕਿਨ ਮਹਾਰਾਜ ਕਹਿੰਦੇ ਉਹ ਸਮਾਂ, ਉਹ ਮੂਮੈਂਟ, ਉਹ ਮੂਰਤ, ਜਿੱਦਾਂ ਹਿੰਦੂ ਧਰਮ ਦੇ ਵਿੱਚ ਨਾ ਮੂਰਤ ਕਢਾਉਂਦੇ ਨੇ, ਉਸ ਮੂਰਤ ਨੂੰ ਵਧੀਆ ਸਮਾਂ ਗਿਣ ਲੈਂਦੇ ਨੇ, ਆਹ ਮੂਰਤ ਵਧੀਆ ਹੈ। ਮਹਾਰਾਜ ਕਹਿੰਦੇ ਜਦੋਂ ਤੁਸੀਂ ਪ੍ਰੇਮ ਦੇ ਵਿੱਚ ਹੋ ਨਾ, ਉਹੀ ਬਸ ਉਹ ਵਧੀਆ ਮੂਰਤ ਹੈ, ਤੇ ਉਹੀ ਘੜੀ, ਉਹੀ ਸਮਾਂ ਜਿਹੜਾ ਉਹ ਵਧੀਆ ਹੈ। ਤੇ ਪ੍ਰੇਮਾ ਭਗਤੀ ਵਾਲਿਆਂ ਦਾ ਅੰਦਰਲੀ ਅਵਸਥਾ ਦਾ ਮਹਾਰਾਜ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਜਿਹੜੇ ਪ੍ਰੇਮਾ ਭਗਤੀ ਕਰਦੇ ਨੇ, ਉਹਨਾਂ ਦਾ ਮੁੱਲ ਨਹੀਂ ਅੰਕਿਆ ਜਾ ਸਕਦਾ। ਜਿਵੇਂ ਅਸੀਂ ਪਰਮਾਤਮਾ ਦਾ ਕਹਿੰਦੇ ਨਾ, ਮੁੱਲ ਨਹੀਂ ਅੰਕਿਆ ਜਾ ਸਕਦਾ, ਗੁਰੂ ਦੁਆਰੇ ਨਹੀਂ ਦੱਸੀ, ਇਵੇਂ ਪ੍ਰੇਮਾ ਭਗਤੀ ਵਾਲਿਆਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਮੁਹੱਬਤ ਜਿਸ ਖੁਦਾਏ ਦੀ, ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਏ, ਤਿਸ ਜਨ ਕੀਮ ਨਾ ਮੂਲ। ਉਹਦੀ ਕੀਮਤ ਪਾਈ, ਮੂਲੋਂ ਹੀ ਨਹੀਂ ਪਾਈ ਜਾ ਸਕਦੀ, ਉਹਦੀ ਕੀਮਤ ਦੱਸੀ ਨਹੀਂ ਜਾ ਸਕਦੀ ਪ੍ਰੇਮਾ ਭਗਤੀ ਵਾਲਿਆਂ ਤੇ। ਔਰ ਮਹਾਰਾਜ ਕਹਿੰਦੇ ਅਗਰ ਪ੍ਰੇਮ ਨਹੀਂ ਨਾ ਹੋਇਆ ਪਰਮਾਤਮਾ ਨੂੰ, ਫਿਰ ਮਹਾਰਾਜ ਕਹਿੰਦੇ ਅਤ ਸੁੰਦਰ, ਕੁਲੀਨ, ਚਤੁਰ,
ਮੁਕ ਗਿਆਨੀ ਤਨਵੰਤ, ਮਿਰਤ ਕਹੇ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਫਿਰ ਮੁਰਦਾ ਖੋ, ਮੁਰਦਾ ਸਮਝੋ ਉਹਨੂੰ ਜਿਹਦੀ ਪਰਮਾਤਮਾ ਦੇ ਨਾਲ ਪ੍ਰੀਤੀ ਨਹੀਂ ਹੋਈ। ਹੁਣ ਅਸੀਂ ਵੀ ਇਤੋਂ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਸਿੱਖਿਆ ਲਈਏ ਵੀ ਸਾਡੇ ਅੰਦਰ ਪ੍ਰੀਤੀ ਹੈ, ਨਹੀਂ ਹੈ ਤਾਂ ਇੱਧਰ ਨੂੰ ਅਸੀਂ ਵਧੀਏ ਭਗਤੀ ਕਰ ਕਰਕੇ, ਜਿਹੜੀ ਮਹਾਰਾਜ ਨੇ ਪਹਿਲਾਂ ਨਵਤਾ ਭਗਤੀ ਦੱਸੀ ਹੈ ਨਾ, ਨਾਮ ਜਪ ਕੇ, ਸੰਗਤ ਕਰਕੇ, ਕਥਾ ਕੀਰਤਨ ਕਰਕੇ, ਗੁਰੂ ਦੀ ਬਾਣੀ ਸਮਝ ਕੇ, ਤਾਂ ਕਿ ਸਾਡੇ ਅੰਦਰ ਵੀ ਪ੍ਰੇਮ ਜਾਗੇ। ਨਹੀਂ ਤਾਂ ਅਸੀਂ ਮੁਰਦਿਆਂ ਹੀ ਸਮਾਨ ਆ, ਮਰੇ ਹੀ ਹੋਏ ਹਾਂ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾਂ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਹੇ ਵਾਹਿਗੁਰੂ ਜੀ, ਆ ਸਾਰੀਆਂ ਚੀਜ਼ਾਂ ਮਿੱਠੀਆਂ ਲੱਗਦੀਆਂ ਨੇ ਨਾ ਸਾਰਿਆਂ ਨੂੰ। ਸ਼ੱਕਰ ਹੋ ਗਈ, ਖੰਡ ਹੋ ਗਈ, ਸ਼ਹਿਦ ਹੋ ਗਿਆ, ਮਿਸ਼ਰੀ ਹੋ ਗਈ, ਮੱਝ ਦਾ ਦੁੱਧ ਹੋ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਸਾਰੀਆਂ ਹੀ ਮਿੱਠੀਆਂ ਲੱਗਦੀਆਂ ਨੇ, ਪਰ ਨਹੀਂ, ਹੇ ਵਾਹਿਗੁਰੂ ਜੀ, ਹੇ ਰੱਬਾ, ਇਹ ਸਾਰੀਆਂ ਮਿੱਠੀਆਂ ਨੇ ਪਰ ਤੇਰੇ ਵਰਗੀਆਂ ਮਿੱਠੀਆਂ ਨਹੀਂ ਹੋ ਸਕਦੀਆਂ। ਇਹ ਕਿੰਨੇ ਪ੍ਰੇਮ 'ਚ ਇਹ ਬਚਨ ਕਹੇ ਹੋਣਗੇ। ਸੋ ਪ੍ਰੇਮਾ ਭਗਤੀ, ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਜਿਹੜੀ ਪ੍ਰੇਮਾ ਭਗਤੀ ਹੈ ਨਾ, ਇਹ ਜਿਹੜੇ ਕਰਦੇ ਨੇ ਪਰਮਾਤਮਾ ਨੂੰ ਪ੍ਰੇਮ, ਉਹ ਇੱਕ ਫਲ ਦੀ ਤਰ੍ਹਾਂ ਹੁੰਦੇ ਨੇ। ਮੰਨ ਲਓ ਆਪਾਂ ਐਪਲ ਲੈ ਲਈਏ, ਸੇਬ ਦਾ ਫਲ, ਉਹ ਜਦੋਂ ਦਰਖਤ ਦੇ ਨਾਲ ਪੁੰਗਰਨਾ ਸ਼ੁਰੂ ਹੁੰਦਾ, ਥੋੜਾ ਥੋੜਾ ਜਦੋਂ ਬਣਦਾ, ਸਾਨੂੰ ਲੱਗਣ ਲੱਗ ਜਾਂਦਾ ਵੀ ਇਹਨੂੰ ਫਰੂਟ ਲੱਗ ਗਿਆ, ਤੇ ਮਹਾਰਾਜ ਜੀ ਕਹਿੰਦੇ ਉਹ ਪਹਿਲਾਂ ਉਹਦਾ ਰੰਗ ਜਿਹੜਾ ਸਾਵਾਂ ਹੁੰਦਾ, ਮਤਲਬ ਕਾਲਾ ਜਿਹਾ ਮਿਕਸ ਜਿਹਾ ਉਹਦਾ ਰੰਗ ਹੁੰਦਾ, ਤੇ ਉਹ ਖਾ ਲਓ ਅਗਰ ਨਾ ਉਹਨੂੰ ਤੋੜ ਕੇ, ਤਾਂ ਸਵਾਦ ਉਹਦਾ ਬਿਲਕੁਲ ਅੱਛਾ ਨਹੀਂ ਹੁੰਦਾ, ਟੇਸਟੀ ਨਹੀਂ ਹੁੰਦਾ, ਉਹ ਕੌੜਾ ਜਿਹਾ, ਖੱਟ ਕਸੈਲਾ ਜਿਹਾ। ਤੇ ਇਵੇਂ ਹੀ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਪ੍ਰੇਮਾ ਭਗਤੀ ਵਾਲੇ ਵੀ ਹੁੰਦੇ ਨੇ ਨਾ, ਇਹ ਵੀ ਜਦੋਂ ਪਰਮਾਤਮਾ ਦੇ ਨਾਲ ਜੁੜਦੇ ਨੇ, ਗੁਰੂ ਦੇ ਬਚਨ ਕਮਾ ਕੇ ਉਹਦੀ ਭਗਤੀ ਕਰਦੇ ਨੇ, ਇਹ ਵੀ ਉਸੇ ਫਲ ਦੀ ਤਰ੍ਹਾਂ ਹੀ ਹੁੰਦੇ ਨੇ, ਕਿਉਂਕਿ ਇਹ ਵੀ ਸਾਵਾਂ ਹੀ ਪਹਿਲਾਂ ਹੁੰਦੇ ਨੇ। ਭਗਤੀ ਕਰਦਿਆਂ ਕਰਦਿਆਂ ਇਹਨਾਂ ਦਾ ਹੱਲ ਕੀ ਹੋ ਜਾਂਦਾ, ਇਹ ਰੋਂਦੇ ਨੇ, ਉਹਦੇ ਵਿਰਾਗ ਵਿੱਚ ਤੜਪਦੇ ਨੇ, ਉਹਦੇ ਦਰਸ਼ਨਾਂ ਦੀ ਇਹਨਾਂ ਨੂੰ ਪਿਆਸ ਲੱਗੀ ਹੁੰਦੀ ਹੈ, ਇਹ ਰੋਂਦੇ ਨੇ, ਉਹਦੇ ਵਿਛੋੜੇ ਵਿੱਚ ਵਿਛੜ ਕੇ, ਵਿਛੜੇ ਹੋਏ ਅਸੀਂ ਸਾਰੇ, ਲੇਕਿਨ ਪ੍ਰੇਮਾ ਭਗਤੀ ਵਾਲਿਆਂ ਨੂੰ ਸਮਝ ਲੱਗ ਜਾਂਦੀ ਅਸੀਂ ਵਿਛੜੇ ਹੋਏ ਹਾਂ, ਸਾਨੂੰ ਨਹੀਂ ਲੱਗਦੀ ਅਸੀਂ ਸੰਸਾਰ ਦੀ ਮਾਇਆ 'ਚ ਫਸੇ ਪਏ ਹਾਂ। ਤੋ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ, ਉਹ ਫਿਰ ਰੋਂਦੇ ਨੇ ਉਹਦੇ ਪ੍ਰੇਮ ਦੇ ਵਿੱਚ। ਤੋ ਵੀ ਉਹ ਉਹਨਾਂ ਦਾ ਵੀ ਰੰਗ ਸਾਵਾਂ ਹੀ ਹੁੰਦਾ, ਪਹਿਲਾਂ ਹਾਲੇ ਉਹਨਾਂ ਦੇ ਕੋਈ ਚਮਕ ਨਹੀਂ ਹੁੰਦੀ, ਪ੍ਰੇਮ ਵਿੱਚ ਰੋਂਦੇ ਨੇ, ਅੱਖਾਂ ਵੀ ਉਹਨਾਂ ਦੀਆਂ ਧੱਸ ਜਾਂਦੀਆਂ ਨੇ, ਬੜਾ ਉਹਨਾਂ ਦਾ ਦੇਖਣ ਨੂੰ ਲੱਗਦਾ ਹੈ ਵੀ ਬੜਾ ਬੁਰਾ ਹਾਲ ਹੈ। ਲੇਕਿਨ ਗੁਰੂ ਮਹਾਰਾਜ ਜੀ ਕਹਿੰਦੇ ਨੇ ਅੰਦਰੋਂ ਰਸ ਵਿੱਚ ਹੁੰਦੇ ਨੇ। ਇਹ ਜਿਹੜਾ ਬਿਰਹੋਂ ਜਿਹੜਾ ਵਿਰਾਗ ਹੈ ਨਾ, ਇਹ ਵੀ ਬੜਾ ਰਸਦਾਇਕ ਹੈ। ਸੰਸਾਰ ਵਿੱਚ ਕਿਸੇ ਨੂੰ ਵਿਛੋੜਾ ਪੈਂਦਾ, ਉਹ ਦੁਖਦਾਈ ਹੁੰਦਾ, ਲੇਕਿਨ ਇਹ ਇਸ ਦੁੱਖ ਦੇ ਵਿੱਚ ਜਿਹੜਾ ਪਰਮਾਤਮਾ ਨਾਲ ਵਿਛੇੜਾ ਪਿਆ ਹੋਇਆ ਨਾ, ਜਦੋਂ ਉਹਦੇ ਪ੍ਰੇਮ ਵਿੱਚ ਹੁੰਦੇ ਆ ਤਾਂ ਇਹਦੇ ਵਿੱਚ ਰਸ ਵੀ ਹੁੰਦਾ, ਇੱਕ ਆਨੰਦ ਵੀ ਹੁੰਦਾ, ਇੱਕ ਕਸਕ ਵੀ ਹੁੰਦੀ, ਇੱਕ ਤੜਪ ਵੀ ਹੁੰਦੀ ਹੈ। ਇਹ ਬੜੀ ਤੜਪ ਬੜੀ ਪਿਆਰੀ ਹੁੰਦੀ ਹੈ। ਇਸ ਕਰਕੇ ਬਾਬਾ ਫਰੀਦ ਜੀ ਨੇ ਇਹਨੂੰ ਸੁਲਤਾਨ ਕਹਿ ਦਿੱਤਾ, ਇਸ ਬਿਰਹੋਂ ਨੂੰ। ਤੋ ਇਹ ਰੋਂਦੇ ਨੇ, ਇਹ ਅੱਖਾਂ ਵਿੱਚੋਂ ਇਹਨਾਂ ਦੇ ਹੰਝੂ ਵਗਦੇ ਨੇ, ਜਿਹਦਾ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਕਿ ਹਉ ਰਹਿ ਨਾ ਸਕਾਂ ਬਿਨ ਦੇਖੈ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਅੰਦਰ ਇਤਨੀ ਤੜਪ ਹੈ ਕਿ ਰਿਹਾ ਹੀ ਨਹੀਂ ਜਾਂਦਾ, ਬਿਨਾਂ ਪ੍ਰੀਤਮ ਦੇ ਦਰਸ਼ਨ ਕੀਤੇ ਰਿਹਾ ਹੀ ਨਹੀਂ ਜਾਂਦਾ, ਇੰਨੀ ਅੰਦਰ ਪਿਆਸ ਉੱਠੀ ਹੁੰਦੀ, ਇੰਨੀ ਤੜਪ ਲੱਗੀ ਹੁੰਦੀ, ਇੰਨੀ ਭੁੱਖ ਲੱਗੀ ਹੁੰਦੀ ਦਰਸ਼ਨਾਂ ਦੀ, ਕਿ ਨੇਤਰ ਫਿਰ ਸੇਜਲ ਰਹਿੰਦੇ ਨੇ। ਸਾਵਣ ਭਾਦੋਂ ਦੀਆਂ ਜਿਵੇਂ ਝੜੀਆਂ ਲੱਗ ਜਾਂਦੀਆਂ ਨੇ ਨਾ, ਉਵੇਂ ਲੱਗੀਆਂ ਹੁੰਦੀਆਂ ਨੇ ਨੇਤਰਾਂ ਵਿੱਚੋਂ, ਇਤਨੇ ਉਸਦੇ ਪ੍ਰੇਮ ਵਿੱਚ ਰੋਂਦੇ ਨੇ। ਤੇ ਇਹ ਕਿਤਨੇ ਫਿਰ ਪਿਆਰੇ ਉਹ ਹੰਝੂ ਹੋਣਗੇ, ਉਹ ਵਿਰਾਗ ਦੇ ਹੰਝੂ ਕਿਤਨੇ ਸੁੱਚੇ ਮੋਤੀਆਂ ਤੋਂ ਵੀ ਕਿਤੇ ਉੱਤੇ ਹੋਣਗੇ। ਮਹਾਰਾਜ ਕਹਿੰਦੇ ਆ, ਲੇਕਿਨ ਇਹ ਪਰਮਾਤਮਾ ਦੇ ਵਿਰਾਗ ਵਿੱਚ ਹੋਣ, ਦੁਨੀਆ ਦੇ ਵਿਛੋੜੇ ਵਿੱਚ ਵੀ ਅਸੀਂ ਰੋਂਦੇ ਹਾਂ, ਉਹ ਨਹੀਂ ਮਨਜ਼ੂਰ ਕੀਤਾ। ਮਹਾਰਾਜ ਕਹਿੰਦੇ ਨਾਨਕ ਰੋਨਾ ਬਾਬਾ ਜਾਣੀਐ, ਜੇ ਲੋਵੇ ਜੇ ਰੋਵੇ ਲਾਏ ਪਿਆਰੋ। ਉਹਨੂੰ ਰੋਣਾ ਜਾਣੋ, ਉਹਨੂੰ ਬਿਰਹਾ ਵਿੱਚ ਜਾਣੋ, ਉਹਨੂੰ ਵਿਰਾਗ ਵਿੱਚ ਜਾਣੋ, ਉਹਨੂੰ ਰੋਂਦਿਆਂ ਜਾਣੋ ਜਿਹੜਾ ਪਰਮਾਤਮਾ ਦੇ ਪ੍ਰੇਮ ਵਿੱਚ ਰੋ ਰਿਹਾ ਹੋਵੇ। ਸੋ ਅਸੀਂ ਦੁਨੀਆ ਦੇ ਪ੍ਰੇਮ ਵਿੱਚ ਰੋਂਦੇ ਹਾਂ, ਉਹ ਅਸੀਂ ਫਸੇ ਹੋਏ ਹਾਂ, ਉਹ ਜੰਜੀਰਾਂ ਨੇ, ਉਹ ਮੈਲਾਂ ਨੇ ਸਾਡੀਆਂ ਸੰਗਤ ਜੀ। ਤਾਂ ਜਿਉਂ-ਜਿਉਂ ਹੁਣ ਵਿਰਾਗ ਵਧੀ ਜਾਂਦਾ, ਫਿਰ ਕੀ ਹੁੰਦਾ, ਬਾਹਰਲੇ ਰਸ ਜਿਹੜੇ ਨੇ ਜੀਵਾਤਮਾ ਦੇ ਛੁੱਟੀ ਜਾਂਦੇ ਨੇ। ਹਾਲੇ ਤਾਂ ਬੜਾ ਰਸ ਬਾਹਰੋਂ ਆਉਂਦਾ, ਫਿਰ ਉਹ ਬਾਹਰਲੇ ਰਸ ਜਿਹੜੇ ਨੇ ਫਿੱਕੇ ਲੱਗਣ ਲੱਗ ਜਾਂਦੇ ਨੇ, ਉਹਦਾ ਪ੍ਰੇਮ ਦਾ ਰਸ ਜਿਹੜਾ ਵਧੀ ਜਾਂਦਾ। ਅਵਸਥਾ ਫਿਰ ਉਸ ਰਸ ਵਿੱਚ ਕਿਹੋ ਜਿਹੀ ਹੋ ਜਾਂਦੀ ਹੈ, ਨੀਂਦ ਵੀ ਘਟ ਜਾਂਦੀ ਹੈ, ਭੁੱਖ ਵੀ ਘਟ ਜਾਂਦੀ ਹੈ। ਉਹ ਕਿਹੋ ਜਿਹੀ ਹਾਲਤ ਹੋ ਜਾਂਦੀ ਹੈ, ਮੈਂ ਨੈਣੀ ਨੀਂਦ ਨਾ ਆਵੇ ਜਿਉ, ਭਾਵੇ ਅੰਨ ਨਾ ਪਾਣੀ।
ਸੁਰਤੀ ਤਾਂ ਪਰਮਾਤਮਾ ਵਿੱਚ ਹੀ ਲੱਗੀ ਹੋਈ ਹੈ, ਉਹਦੇ ਪ੍ਰੇਮ ਵਿੱਚ ਲੱਗੀ ਹੋਈ ਹੈ। ਇੱਕ ਟਿਕ ਹੀ ਹੈ ਕਿ ਕਦ ਪਿਆਰੇ ਦੇ ਮੈਨੂੰ ਦਰਸ਼ਨ ਹੋਣਗੇ, ਕਦ ਪਿਆਰੇ ਦੇ ਮੈਨੂੰ ਦਰਸ਼ਨ ਹੋਣਗੇ। ਤੇ ਉਹ ਅੰਦਰ ਜਿਹੜੀ ਤੜਪ ਹੈ ਰਸ ਵੀ ਦੇ ਰਹੀ ਹੈ, ਲੇਕਿਨ ਤੜਪ ਹੈ ਇੱਕ ਕਸਕ ਹੈ ਪਿਆਰੇ ਨੂੰ ਮਿਲਣ ਦੀ, ਇੱਕ ਤਾਂਘ ਹੈ। ਇਹ ਸੁੰਦਰ ਤੜਪ ਹੈ, ਬੜੀ ਹੀ ਮਿੱਠੀ ਮਿੱਠੀ ਤੜਪ ਹੁੰਦੀ ਹੈ ਇਹ। ਤੋ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਜਿਹੜੀ ਤੜਪ ਹੈ ਨਾ ਵੈਰਾਗ ਦੀ, ਇਹ ਤਾਂ ਇਸ ਵੈਰਾਗ ਨੂੰ, ਇਸ ਵਿਰਹ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਸੁਲਤਾਨ ਹੈ, ਬਾਦਸ਼ਾਹ ਹੈ। ਕਿਉਂ ਬਾਦਸ਼ਾਹ ਹੈ? ਕਿਉਂਕਿ ਅੰਦਰ ਇਹਦੇ ਇਸ ਤੜਪ ਵਿੱਚ ਇੱਕ ਪ੍ਰੇਮ ਹੈ, ਇੱਕ ਰਸ ਹੈ, ਇੱਕ ਆਨੰਦ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੋਂ ਸੁਲਤਾਨ ਫਰੀਦਾ, ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਂ। ਉਹ ਕਹਿੰਦੇ ਨੇ ਜਿਸ ਸਰੀਰ ਦੇ ਵਿੱਚ ਇਹ ਵੈਰਾਗ ਹੀ ਨਹੀਂ ਜਾਗਿਆ, ਉਸ ਸਰੀਰ ਨੂੰ ਤਾਂ ਮੁਰਦਾ ਸਮਝੋ, ਬਾਬਾ ਫਰੀਦ ਜੀ ਕਹਿੰਦੇ ਨੇ। ਬਾਬਾ ਕਬੀਰ ਜੀ ਵੀ ਕਹਿੰਦੇ ਨੇ, ਕਹਿੰਦੇ ਬਿਰਹ ਕਬੀਰ ਬਿਰਹੋਂ ਭਿਅੰਗਮ ਮਨ ਵਸੇ ਮੰਤ ਨਾ ਮਾਨੇ ਕੋਈ। ਹੁਣ ਕਹਿੰਦੇ ਜਿਵੇਂ ਸੱਪ ਕਿਸੇ ਨੂੰ ਲੜ ਜਾਂਦਾ ਨਾ, ਹੁਣ ਬਿਰਹੋਂ ਦਾ ਸੱਪ ਸਾਨੂੰ ਲੜਿਆ ਹੋਇਆ, ਉਹ ਜਿਵੇਂ ਸੱਪ ਦੇ ਲੜੇ ਉੱਤੇ ਹੋਰ ਦੂਸਰਾ ਕੋਈ ਮੰਤਰ ਅਸਰ ਨਹੀਂ ਕਰ ਸਕਦਾ, ਇਵੇਂ ਹੀ ਕਹਿੰਦੇ ਨੇ ਜਿਹਨੂੰ ਬਿਰਹੋਂ ਦਾ ਸੱਪ ਲੜ ਗਿਆ ਨਾ, ਉਹਦੇ ਤੇ ਦੁਨੀਆ ਦੀ ਕੋਈ ਵੀ ਤਾਕਤ, ਕੋਈ ਮੰਤਰ ਕੰਮ ਨਹੀਂ ਕਰਦਾ। ਬਸ ਉਹਨੂੰ ਤਾਂ ਇੱਕ ਪਿਆਰਾ ਹੀ ਚਾਹੀਦਾ, ਇੱਕ ਪਿਆਰਾ ਹੀ ਚਾਹੀਦਾ। ਆਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬਾਰਾ ਹੋਏ। ਤਾਂ ਰਾਮ ਤੋਂ ਵਿਛੜਿਆ ਜਿਹੜਾ ਹੈ, ਉਹ ਰਾਮ ਤੋਂ ਬਿਨਾਂ ਹੀ ਨਹੀਂ ਜੀ ਸਕਦਾ। ਉਹ ਤੇ ਕੋਈ ਹੁਣ ਦੁਨੀਆ ਦੀ ਜਿਹੜੀ ਹੈ ਮੰਤਰ ਕੰਮ ਨਹੀਂ ਕਰਦੇ। ਉਹ ਤਾਂ ਐਵੇਂ ਲੱਗਦਾ ਜਿਵੇਂ ਬਾਵਲਾ ਹੋਇਆ ਫਿਰਦਾ, ਪਾਗਲਾਂ ਦੀ ਤਰ੍ਹਾਂ ਫਿਰਦਾ ਆਪਣੇ ਰਾਮ ਤੋਂ ਬਿਨਾਂ, ਉਸ ਪਿਆਰੇ ਦੇ ਵਿਯੋਗ ਦੇ ਵਿੱਚ। ਤੋ ਕਿਤਨੇ ਸੁੰਦਰ ਇਹ ਭਾਵ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਤੇ ਸੰਗਤ ਜੀ, ਜਿਵੇਂ ਆਪ ਜੀ ਨੂੰ ਪਿਛਲੇ ਹਫ਼ਤੇ ਕਿਹਾ ਗਿਆ ਸੀਗਾ ਕਿ ਜਿਹੜੇ ਸ਼ਬਦ ਹਜ਼ਾਰੇ ਵਿੱਚ ਜਿਹੜੇ ਸ਼ਬਦ ਇਕੱਤਰਤ ਕਰਕੇ ਉਹ ਬਾਣੀ ਜਿਹੜੀ ਪਰੋਈ ਹੋਈ ਹੈ, ਤੇ ਆਪ ਜੀ ਉਹ ਸ਼ਬਦ ਹਜ਼ਾਰੇ ਦੇ ਜਿਹੜੇ ਕਿਹਾ ਸੀ ਵੀ ਪੜ੍ਹਨਾ ਹੈ ਬਾਣੀ, ਤੇ ਉਹਦੇ ਵਿੱਚ ਆਪ ਜੀ ਨੇ ਪੜ੍ਹਿਆ ਹੋਵੇਗਾ, ਦਰਸ਼ਨ ਕੀਤੇ ਹੋਣਗੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਜ਼ਿਕਰ ਕਰਦੇ ਨੇ ਵੀ ਜਿਹੜਾ ਇਹ ਤੜਪ ਅੰਦਰ ਪਈ ਹੋਈ ਹੈ ਪ੍ਰੇਮਾ ਭਗਤੀ ਵਾਲਿਆਂ ਨੂੰ, ਉਹਨਾਂ ਦਾ ਕਿਹੋ ਜਿਹਾ ਹਾਲ ਹੁੰਦਾ। ਮਹਾਰਾਜ ਕਹਿੰਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਏ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੈ ਨਾ, ਅੰਦਰ ਇੰਨੀ ਤੜਪ ਲੱਗੀ ਹੋਈ ਹੈ, ਹੁਣ ਇਹ ਜਿਹੜੀ ਤੜਪ ਹੈ ਇਹ ਉਤਰਦੀ ਨਹੀਂ, ਅੰਦਰ ਸ਼ਾਂਤੀ ਵੀ ਨਹੀਂ ਆ ਰਹੀ, ਕਿਉਂਕਿ ਸ਼ਾਂਤੀ ਤਦ ਆਣੀ ਜਦ ਤੱਕ ਉਹਨੂੰ ਜਦੋਂ ਮਿਲਣਾ, ਫਿਰ ਤਾਂ ਅੰਦਰ ਇਹੋ ਜਿਹੀ ਤੜਪ ਹੈ। ਤਾਂ ਉਹ ਕਹਿੰਦੇ ਨੇ ਉਹ ਦਰਸ਼ਨਾਂ ਲਈ ਅਸੀਂ ਤੜਪ ਰਹੇ ਹਾਂ। ਤਾਂ ਕਿੰਨਾ ਮਾਰੇ ਨੇ ਇਹਦੇ ਵਿੱਚ ਪ੍ਰੇਮਾ ਭਗਤੀ ਦੇ ਹਿਰਦੇ ਦੀ ਸਾਨੂੰ ਦੱਸੀ ਵੀ ਉਹਨਾਂ ਦੀ ਕਿਹੋ ਜਿਹੀ ਵੇਦਨਾ ਹੁੰਦੀ ਹੈ, ਕਿੰਨੀ ਤੜਪ ਫਿਰ ਹੋਰ ਵੱਧ ਜਾਂਦੀ। ਤੇਰਾ ਮੁਖ ਸੁਹਾਵਾ ਜਿਓ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਕੋਲੀ ਜੋ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀ। ਆਪਣੇ ਗੁਰੂ ਤੋਂ, ਆਪਣੇ ਪਿਆਰੇ ਮਿੱਤਰ ਤੋਂ ਬਾਰੇ ਬੱਲੇ ਹਾਰੇ ਜਾਂਦੇ ਆ, ਪਰ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਕਿੰਨੀ ਤੜਪ ਹੈ। ਫਿਰ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਨੂੰ ਭਿਆਨਕ ਗਿਣਦੇ ਨੇ ਸਾਰੇ, ਹੈ ਨਾ, ਤੇ ਕਲਾ ਦਾ ਯੁੱਗ ਹੈ। ਮਹਾਰਾਜ ਜੀ ਕਹਿੰਦੇ ਨੇ ਉਦੋਂ ਸਾਡੇ ਲਈ ਕਲਾ ਦਾ ਯੁੱਗ ਹੈ, ਉਦੋਂ ਕਲਯੁਗ ਹੈ ਜਦੋਂ ਤੂੰ ਨਹੀਂ ਮਿਲਦਾ ਪਰਮਾਤਮਾ। ਇੱਕ ਘੜੀ ਵੀ ਜਦੋਂ ਤੇਰੇ ਨਾਲ ਵਿਛੋੜਾ ਪੈਂਦਾ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰਹਿ ਤੁਧ ਭਗਵੰਤਾ, ਹੁਣ ਕਦੋਂ ਮਿਲੋਗੇ ਮੇਰੇ ਪਿਆਰੇ ਭਗਵੰਤ ਜੀ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੈ ਗੁਰ ਦਰਬਾਰੀ ਜੀ। ਕਹਿੰਦੇ ਰਾਤ ਬੀਤਦੀ ਨਹੀਂ, ਨੀਂਦ ਆ ਹੀ ਨਹੀਂ ਰਹੀ, ਇਹੋ ਜਿਹਾ ਬੁਰਾ ਹਾਲ ਹੋ ਗਿਆ। ਆਪਣੀ ਤੜਪ, ਆਪਣੀ ਵੇਦਨਾ ਆਪਣੇ ਗੁਰੂ ਪਿਆਰੇ ਨੂੰ, ਪਾਰ ਬ੍ਰਹਮ ਪਰਮਾਤਮਾ ਨੂੰ ਦੱਸ ਰਹੇ ਨੇ। ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਵੀ ਇਹੋ ਜਿਹੀ ਤੜਪ ਹੁੰਦੀ ਹੈ। ਅਗਰ ਤੁਹਾਡੇ ਅੰਦਰ ਵੀ ਇਹੋ ਜਿਹੀ ਤੜਪ ਲੱਗੀ, ਸਮਝ ਲਓ ਫਿਰ ਪ੍ਰੇਮਾ ਭਗਤੀ ਦੇ ਵਿੱਚ ਹਾਂ। ਸੋ ਇਹ ਸਾਵਾਂ ਰੰਗ ਨਾ ਪ੍ਰੇਮ ਕਰਦਿਆਂ 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 ਰਸ ਚੂਸਦਿਆਂ ਚੂਸਦਿਆਂ ਉਹਦੇ ਪ੍ਰੇਮ ਦਾ ਤੜਪ ਵੀ ਹੈ, ਅੰਦਰ ਇੱਕ ਰਸ ਵੀ ਹੈ। ਇਹ ਕਰਦਿਆਂ ਕਰਦਿਆਂ ਪਲੱਤਣ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਸੇਬ ਪਹਿਲਾਂ ਕਾਲਾ ਸਾਵਾਂ ਜਿਹਾ ਹੁੰਦਾ, ਫਿਰ ਉਹਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ, ਇਵੇਂ ਹੀ ਇਹ ਔਗਣ ਛੁੱਟੀ ਜਾਂਦੇ ਨੇ, ਅੰਦਰ ਪ੍ਰੇਮਾ ਭਗਤੀ ਦੇ ਨਾਲ ਗੁਣ ਵਧੀ ਜਾਂਦੇ ਨੇ। ਸੋ ਅੰਦਰਲਾ ਰੰਗ ਵੀ ਜਿਹੜਾ ਉਹ ਪ੍ਰੇਮਾ ਭਗਤੀ ਵਾਲਿਆਂ ਦਾ ਬਦਲੀ ਜਾਂਦਾ। ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਜ਼ਿਕਰ ਕੀਤਾ ਇਸ ਵਿਰਹੋਂ ਦਾ, ਇਸ ਵੈਰਾਗ ਦਾ, ਇਸ ਤੜਪ ਦਾ। ਮਹਾਰਾਜ ਕਹਿੰਦੇ, ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣੋ ਪਖੇਰੂ। ਕਹਿੰਦੇ ਮੈਂ ਆਪਣਾ ਦੱਸਿਆ, ਮੈਂ ਰੋ ਰਹੀ ਹਾਂ, ਜੀਵਾਤਮਾ ਕਹਿ ਰਹੀ ਮੈਂ ਰੋ ਰਹੀ ਹਾਂ, ਔਰ
सारा जगत ते पंछी भी मेरी हालत ते तरस खा रहे ने, इन्नी अंदर तड़प हुई है, इतना रो रहे ने परमात्मा दे विछोड़े दे विच। तां कहंदे ने सारिਆਂ ਨੂੰ तरस आ रिहा, एक ना रुन्ना मेरे तन का बिरहा जिन हों तिरों विछोड़ी। पर कहंदे मेरे अंदर वाले ਨੂੰ ਜਿਹੜਾ ਮੇਰਾ ਵਿਛੋੜਾ ਪਿਆ ਹੋਇਆ ਇਹਨੂੰ ਨਹੀਂ ਤਰਸ ਆ ਰਿਹਾ, ਤੇ ਜਿਹਦੇ ਕਰਕੇ ਮੈਂ ਆਪਣੇ ਪਿਆਰੇ ਤੋਂ ਵਿਛੜੀ ਹੋਈ ਹਾਂ। ਅੰਦਰ ਮਹਿਲਾਂ, ਅੰਦਰ ਪੜਦੇ, ਇਹ ਹੱਲੇ ਖੁੱਲੇ ਨਹੀਂ, ਇਹ ਜ਼ਿਕਰ ਕਰ ਰਹੇ ਨੇ। ਫਿਰ ਮਹਾਰਾਜ ਜੀ ਇਤਨੇ ਪ੍ਰੇਮ ਨਾਲ ਕਹਿੰਦੇ ਨੇ ਵੀ ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ। ਕਹਿੰਦੇ ਜਦੋਂ ਸੁੱਤੇ ਨਾ, ਨੀਂਦ ਸੁਪਨਾ ਆਇਆ ਨੀਂਦ ਦੇ ਵਿੱਚ, ਤਾਂ ਪਿਆਰਾ ਮਿਲਿਆ, ਉਹਦੇ ਦਰਸ਼ਨ ਹੋਏ ਸੁਪਨੇ ਵਿੱਚ। ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ। ਸੁਪਨੇ ਵਿੱਚ ਤਾਂ ਪਿਆਰੇ ਦੇ ਦਰਸ਼ਨ ਹੋਏ, ਲੇਕਿਨ ਜਦੋਂ ਸੁਪਨਾ ਖੁੱਲਿਆ ਉਹ ਚਲਾ ਗਿਆ। ਔਰ ਮੇਰੀ ਹਾਲਤ ਕੀ ਹੋ ਗਈ, ਮੈਂ ਜਲ ਭਰਿਆ ਰੋਏ, ਮੈਂ ਤਾਂ ਰੋਂਦਾ ਹੀ ਰਹਿ ਗਿਆ, ਰੋਂਦਾ ਹੀ ਰਹਿ ਗਿਆ, ਰੋਂਦਾ ਹੀ ਰਹਿ ਗਿਆ। ਕਿਤਨੀ ਤੜਪ ਵੱਧ ਗਈ। ਇਸ ਪਿਆਰੇ ਨੇ ਦਰਸ਼ਨ ਤਾਂ ਦਿੱਤੇ, ਲੇਕਿਨ ਹੁਣ ਚਲਾ ਗਿਆ। ਹੁਣ ਹੋਰ ਪਿਆਸ ਵੱਧ ਗਈ। ਪਹਿਲਾਂ ਤਾਂ ਮਿਲਣ ਦੀ ਆਸ ਸੀ, ਹੁਣ ਥੋੜੀ ਜਿਹੀ ਝਲਕਾਂ ਪਈਆਂ, ਦਰਸ਼ਨ ਹੋਏ ਨੇ, ਲੇਕਿਨ ਹੁਣ ਹੋਰ ਤੜਪ ਵੱਧ ਗਈ, ਹੋਰ ਤੜਪ ਵੱਧ ਗਈ। ਜਿਵੇਂ ਮੱਛੀ ਪਿਆਸੀ ਹੁੰਦੀ ਹੈ ਨਾ, ਪਾਣੀ ਵਿੱਚ ਰਹਿੰਦੇ ਆ, ਉਹ ਹੋਰ ਪਿਆਸੀ, ਬਸ ਪਾਣੀ ਵਿੱਚ ਹੀ ਸਮਾਈ ਰਹਿੰਦੀ। ਇਵੇਂ ਮਹਾਰਾਜ ਜੀ ਕਹਿੰਦੇ ਨੇ ਹੋਰ ਪਿਆਸ ਵੱਧ ਗਈ, ਹੋਰ ਪਿਆਸ ਵੱਧ ਗਈ, ਹੋਰ ਪਿਆਸ ਵੱਧ ਗਈ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਇਹ ਪਿਆਰੇ ਸੁਪਨੇ ਵਿੱਚ ਆ ਕੇ ਤਾਂ ਤੂੰ ਚਲਾ ਗਿਆ, ਹੁਣ ਤੜਪ ਇਤਨੀ ਵੱਧ ਗਈ ਹੈ, ਤੇਰੇ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਮੈਂ ਤੇਰੇ ਤੱਕ ਆ ਵੀ ਨਹੀਂ ਸਕਦਾ ਮੇਰੇ ਪਿਆਰੇ, ਔਰ ਕਿਸੇ ਨੂੰ ਭੇਜ ਵੀ ਨਹੀਂ ਸਕਦਾ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ। ਕਹਿੰਦੇ ਨਾ ਮੈਂ ਆ ਸਕਦਾ ਤੇਰੇ ਤੱਕ, ਨਾ ਹੀ ਕਿਸੇ ਨੂੰ ਭੇਜ ਸਕਦਾ। ਐ ਪਿਆਰੇ ਤੂੰ ਸੁਪਨੇ ਵਿੱਚ ਆ ਕੇ ਦਰਸ਼ਨ ਦਿੱਤੇ ਨੇ, ਚਲਾ ਗਿਆ, ਮੈਂ ਤਾਂ ਰੋਂਦਾ ਹੀ ਰਹਿ ਗਿਆ, ਮੈਂ ਤਾਂ ਰੋਂਦਾ ਹੀ ਰਹਿ ਗਿਆ। ਫਿਰ ਨੀਂਦ ਨੂੰ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਐ, ਮਤ ਸਹੁੰ ਦੇਖਾ ਸੋਏ। ਇਹ ਭਾਗਾਂ ਭਰੀ ਨੀਂਦ, ਉਹ ਨੀਂਦ ਭਾਗਾਂ ਭਰੀ ਜਦੋਂ ਪਿਆਰੇ ਦੇ ਦਰਸ਼ਨ ਹੋਏ ਸੀ। ਇਹ ਨੀਂਦ ਤੂੰ ਫੇਰ ਆ ਜਾ, ਕਿਤੇ ਭਾਗਾਂ ਭਰੀ ਨੀਂਦ ਆ ਜਾ, ਕਿਤੇ ਮੈਂ ਆਪਣੇ ਸ਼ੌਹ ਪਿਆਰੇ ਦੇ ਫਿਰ ਦਰਸ਼ਨ ਕਰ ਲਵਾਂ। ਫਿਰ ਹੋਰ ਤੜਪ ਵੱਧਦੀ ਹੈ, ਫਿਰ ਹੋਰ ਤੜਪ ਵੱਧਦੀ ਹੈ। ਫਿਰ ਕਹਿੰਦੇ ਕੀ ਕਰਾਂ, ਪਿਆਰਾ ਤਾਂ ਆ ਕੇ ਚਲਾ ਗਿਆ। ਫਿਰ ਕਹਿੰਦੇ ਨੇ ਜਾਵਾਂ ਉਹਨਾਂ ਰੰਗ ਰਤਨੀਆਂ ਰੂਹਾਂ ਦੇ ਕੋਲ ਜਾਵਾਂ। ਮਤਲਬ ਸਾਨੂੰ ਦੱਸ ਰਹੇ ਨੇ ਮਹਾਰਾਜ ਜੀ, ਸੰਗਤ ਕਰੋ ਭਾਈ, ਗੁਰੂ ਦੀ ਬਾਣੀ ਦੀ ਸੰਗਤ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀਆਂ ਰੰਗ ਰਤਨੀਆਂ ਰੂਹਾਂ ਹੀ ਬੈਠੀਆਂ ਨੇ ਨਾ। ਰੰਗ ਰਤਨੀਆਂ ਰੂਹਾਂ ਦੇ ਕੋਲ ਜਾਵਾਂ, ਤਾਂ ਜਦੋਂ ਉਹਨਾਂ ਦੇ ਕੋਲ ਜਾਵਾਂਗਾ, ਫਿਰ ਉਹ ਮੇਰੇ ਨਾਲ ਮੇਰੇ ਸਾਹਿਬ ਦੀ, ਮੇਰੇ ਪਿਆਰੇ ਦੀ ਗੱਲ ਕਰਨਗੇ। ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਕਹਿੰਦੇ ਜਿਹੜੇ ਮੇਰੇ ਨਾਲ ਮੇਰੇ ਸਾਹਿਬ ਦੀ ਗੱਲ ਕਰਨਗੇ, ਤਾਂ ਮੈਂ ਉਹਨਾਂ ਨੂੰ ਫਿਰ ਕੀ ਦੇਵਾਂਗਾ। ਪ੍ਰੇਮ ਆਂਦਾ ਨਾ, ਉਹ ਮੇਰੇ ਨਾਲ ਸਾਹਿਬ ਦੀ ਗੱਲ ਕਰਦੇ ਨੇ, ਤਾਂ ਫਿਰ ਮੈਂ ਕੀ ਦੇਵਾਂ। ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਆਪਣਾ ਕਹਿੰਦੇ ਸਿਰ ਵੱਢ ਕੇ ਦੇ ਦੇਵਾਂ ਉਹਨਾਂ ਨੂੰ। ਲਓ ਜੀ, ਮੇਰੇ ਸਿਰ ਦੇ ਉੱਤੇ, ਵੱਡੇ ਹੋਏ ਸਿਰ ਦੇ ਉੱਤੇ ਤੁਸੀਂ ਵਿਰਾਜਮਾਨ ਹੋ ਜਾਓ, ਇਹਦਾ ਹੀ ਆਸਣ ਬਣਾ ਦੇਵਾਂ ਮੈਂ, ਔਰ ਮੇਰੇ ਨਾਲ ਮੇਰੇ ਸਾਹਿਬ ਦੀਆਂ ਗੱਲਾਂ ਕਰੋ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਬਿਨਾਂ ਸਿਰ ਤੋਂ ਮੈਂ ਉਹਨਾਂ ਦੀ ਸੇਵਾ ਕਰਾਂ। ਮਤਲਬ ਹੈ ਆਪਣੀ ਮੈਂ, ਆਪਣੀ ਹੋਂ, ਮੈਂ ਉਹਨਾਂ ਨੂੰ ਅਰਪਣ ਕਰ ਦੇਵਾਂ ਰੱਬ ਦੇ ਪਿਆਰਿਆਂ ਨੂੰ। ਇਵੇਂ ਫਿਰ ਮੈਂ ਉਹਨਾਂ ਦੀ ਸੇਵਾ ਕਰਾਂ, ਇਵੇਂ ਫਿਰ ਮੈਂ ਉਹਨਾਂ ਦੇ ਬਚਨ ਕਮਾਵਾਂ ਜੋ ਕਹਿ ਰਹੇ ਨੇ, ਉਸ ਮਾਰਗ ਦੇ ਉੱਤੇ ਫਿਰ ਮੈਂ ਚੱਲਾਂ। ਕਿਉਂ ਨਾ ਮਰੀਜੈ, ਜਿਹੜਾ ਨਾ ਦੀਜੈ, ਜਾਂ ਸੋ ਪਿਆ ਬਿਠਾਣਾ। ਕਹਿੰਦੇ ਕਿਉਂ ਨਾ ਮਰ ਜਾਵਾਂ, ਕਿਉਂ ਨਾ ਜਿਹੜਾ ਵੀ ਅਰਪਣ ਕਰ ਦੇਵਾਂ ਇਸ ਪਿਆਰੇ ਨੂੰ। ਤੋ ਕਿਤਨਾ ਇਹ ਸੁੰਦਰ ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਇਹ ਪ੍ਰੇਮਾ ਭਗਤੀ ਵਾਲਿਆਂ ਦਾ ਕਿਹੋ ਜਿਹਾ ਰਸ, ਕਿਹੋ ਜਿਹੀ ਤੜਪ, ਕਿਹੋ ਜਿਹੇ ਪਿਆਰੇ ਦੇ ਨਾਲ ਉਹਨਾਂ ਦਾ ਪਿਆਰ ਹੈ। ਇਹ ਫਿਰ ਰੰਗ ਰਤਨੀਆਂ ਰੂਹਾਂ ਦੇ ਕੋਲ ਇਹ ਸੰਗਤ ਫਿਰ ਉਹਨਾਂ ਦੀ ਕਰਨੀ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਸਾਹਿਬ ਨੂੰ ਕਿਵੇਂ ਮਿਲੇ, ਸਾਨੂੰ ਵੀ ਦੱਸੋ, ਅਸੀਂ ਵੀ ਚੱਲੀਏ ਉਸ ਮਾਰਗ ਦੇ ਉੱਤੇ, ਅਸੀਂ ਵੀ ਉਸ ਸਾਹਿਬ ਨੂੰ ਮਿਲ ਜਾਈਏ। ਫਿਰ ਕਹਿੰਦੇ ਨੇ ਜਾਓ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਪੁੱਛੋ ਜਾ ਕੇ ਸੁਹਾਗਣਾ ਨੂੰ ਕਿਵੇਂ ਤੁਸੀਂ ਪਿਆਰਾ ਪਾ ਲਿਆ। ਤਾਂ ਉਹ ਫਿਰ ਕੀ ਕਹਿੰਦੀਆਂ ਨੇ, ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਉਹਨਾਂ ਨੇ ਫਿਰ ਰੰਗ ਰਤਨੀਆਂ ਰੂਹਾਂ ਨੇ ਕਿਹਾ, ਸੁਹਾਗਣਾ ਨੇ ਕਿਹਾ, ਜਿਹੜੀਆਂ ਪਤੀ ਪਰਮੇਸ਼ਵਰ ਦੇ ਨਾਲ ਜੁੜੀਆਂ ਪਈਆਂ ਨੇ, ਉਹ ਕਹਿੰਦੀਆਂ ਸਹਿਜ, ਅਸੀਂ ਸਹਿਜ ਭਾਵ ਵਿੱਚ ਆ ਗਈਆਂ, ਹਨਾ।
ਇਹ ਨਹੀਂ ਹੁਣ ਅੰਦਰੋਂ ਜਿਹੜਾ ਇੱਕ ਧੀਰਜ ਸਾਡੇ ਅੰਦਰ ਆਇਆ, ਸੰਤੋਖ ਵਿੱਚ ਰਹੀਆਂ, ਸਬਰ ਸੰਤੋਖ ਵਿੱਚ ਰਹੀਆਂ, ਸਹਿਜ ਵਿੱਚ ਰਹੀਆਂ, ਇਹ ਸ਼ਿੰਗਾਰ ਕੀਤਾ ਅਸੀਂ ਆਪਣੀ ਰੂਹ ਦਾ ਇਹਨਾਂ ਦੇ ਨਾਲ, ਤਾਂ ਸਾਡਾ ਪਤੀ ਪਰਮੇਸ਼ਵਰ ਜਿਹੜਾ ਸਾਡੇ ਕੋਲ ਮੋਹਿਤ ਹੋਇਆ, ਔਰ ਮਿੱਠੇ ਮਿੱਠੇ ਬੋਲ ਵੀ ਅਸੀਂ ਬੋਲੇ। ਤੋ ਇਹ ਸਾਡੇ ਲਈ ਨੇ, ਇਹ ਗਿਆਨ ਸਾਡੇ ਲਈ ਹੈ। ਸਾਡੇ ਵਿੱਚ ਸਹਿਜ ਵੀ ਨਹੀਂ, ਸਬਰ ਸੰਤੋਖ ਵੀ ਨਹੀਂ, ਕੌੜੇ ਬੋਲ ਵੀ ਅਸੀਂ ਬੋਲਦੇ ਹਾਂ। ਤੋ ਇਹ ਹੁਣ ਗੁਰੂ ਮਹਾਰਾਜ ਕੋਲੋਂ ਅਸੀਂ ਸੀਸਾਂ ਲੈ ਕੇ ਸੰਗਤ ਵਿੱਚੋਂ, ਇਹ ਸੁਹਾਗਣਾਂ ਦੇ ਕੋਲੋਂ ਅਸੀਂ ਗੁਣ ਲੈ ਕੇ ਆਪਣੇ ਅੰਦਰ ਅਸੀਂ ਲੈ ਕੇ ਆਈਏ। ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਕਹਿੰਦੇ ਤਦ ਪਿਆਰਾ ਮਿਲਦਾ, ਰਸ ਭਰਿਆ ਪਿਆਰਾ, ਜਦੋਂ ਗੁਰੂ ਦੇ ਅਸੀਂ ਸ਼ਬਦ ਸੁਣਦੇ ਹਾਂ। ਹੁਣ ਗੁਰੂ ਦੀ ਬਾਣੀ ਅਸੀਂ ਸੁਣ ਰਹੇ ਹਾਂ, ਮਤਲਬ ਉਹ ਜਿਹੜੀ ਸਰਵਣ ਭਗਤੀ ਦੀ ਤਰ੍ਹਾਂ ਸੁਣ ਲਈਏ ਵੀ ਸਾਡੇ ਅੰਦਰ ਹੀ ਉਤਰ ਜਾਣ ਇਹ ਗੁਣ। ਫਿਰ ਕਹਿੰਦੇ ਪਿਆਰਾ ਸਾਨੂੰ ਮਿਲ ਜਾਊਗਾ। ਹੋਰ ਮਹਾਰਾਜ ਜੀ ਕਹਿੰਦੇ ਨੇ ਸੁਹਾਗਣਾਂ ਨੂੰ ਜਦੋਂ ਪੁੱਛਿਆ, ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹੁੰ ਪਾਈਏ। ਕਹਿੰਦੇ ਕਿਵੇਂ ਪਾਇਆ ਜਾਵੇ ਉਹ ਪਿਆਰਾ? ਵਾਹੇ ਮਤਲਬ ਵਿਅੰਦੜੇ, ਜਿਹੜੀ ਤੂੰ ਵਿਆਹੀ ਹੋਈ ਹੈ ਇਸਤਰੀ ਸੁਹਾਗਣੇ, ਕਿਵੇਂ ਪਾਈਏ ਅਸੀਂ ਸਹੁੰ ਨੂੰ? ਉਹ ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਜੋ ਸਾਹਿਬ ਕਰ ਰਿਹਾ, ਜੋ ਪਿਆਰਾ ਕਰ ਰਿਹਾ, ਉਹਨੂੰ ਭਲਾ ਕਰਕੇ ਮੰਨੀਏ, ਉਹਦੇ ਹੁਕਮ ਵਿੱਚ ਰਹੀਏ, ਰੱਬ ਦੀ ਰਜ਼ਾ ਵਿੱਚ ਰਾਜੀ ਰਹੀਏ, ਹਿਕਮਤ ਹੁਕਮ ਚੁਕਾਈਏ, ਔਰ ਉਹ ਸਿਰ ਮੱਥੇ ਦੇ ਉੱਤੇ ਉਹਦੇ ਭਾਣੇ ਨੂੰ ਸਵੀਕਾਰ ਕਰੀਏ। ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਸਿਰ ਮੱਥੇ ਤੇ। ਇੱਕ ਤਾਂ ਹੁੰਦਾ ਵੀ ਦੁਖੀ ਹੋ ਕੇ ਰਹਿਣਾ, ਵੀ ਰਹਿਣਾ ਹੀ ਪੈਂਦਾ, ਉਹ ਨਹੀਂ। ਖਿੜੇ ਮੱਥੇ ਪ੍ਰਵਾਨ ਕਰਨਾ ਉਹਦੇ ਹੁਕਮ ਨੂੰ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਇਹ ਜਾ ਕੇ ਪ੍ਰੇਮ ਪਦਾਰਥ ਪਾਈਏ, ਤੋਂ ਚਰਨੀ ਚਿਤ ਲਾਈਏ, ਸੋ ਕਹੇ ਸੋ ਕੀਚੈ, ਤਨ ਮਨੋਂ ਦੀਜੈ, ਐਸਾ ਪਰਮਲ ਲਾਈਏ। ਏਵ ਕਹੇ ਸੁਹਾਗਣੀ ਭੈਣੇ, ਇਨੀ ਬਾਤੀ ਸਹੁੰ ਪਾਈਏ। ਹੁਣ ਤਨ ਮਨ ਧਨ ਸਭ ਕੁਛ ਅਰਪਣ ਕਰਕੇ ਤਾਂ ਉਹ ਸਾਹਿਬ ਦੇ ਕੇ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਇਵੇਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁਹਾਗਣਾਂ ਇਹ ਦੱਸ ਰਹੀਆਂ ਨੇ ਭਾਈ, ਤੁਸੀਂ ਵੀ ਇਵੇਂ ਪਿਆਰੇ ਨੂੰ ਪਾਲੋਗੇ। ਨਾਲ ਮਹਾਰਾਜ ਜੀ ਕਹਿੰਦੇ ਈ ਅਨੜੀਏ ਮਾਨੜਾ ਕਾਏ ਕਰੇ। ਤੂੰ ਕਿਸ ਗੱਲ ਦਾ ਮਾਣ ਕਰਦੀ ਫਿਰਦੀ ਐ ਅਣਜਾਣ, ਨਾ ਸਮਝ ਕਿਸ ਗੱਲ ਦਾ ਤੂੰ ਮਾਣ ਕਰਦੀ ਆ। ਆਪ ਨੜੇ ਘਰ ਹਰ ਰੰਗੋ ਕੀ ਨਾ ਮਣੇ, ਪ੍ਰਭੂ ਤੇਰੇ ਹਿਰਦੇ ਚ ਵਸਦਾ, ਤੂੰ ਦਾ ਰੰਗ ਹੀ ਨਹੀਂ ਮਾਣਦੀ। ਸੌ ਨੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ, ਸਾਹਿਬ ਤਾਂ ਤੇਰੇ ਅੰਦਰ ਆ, ਤੂੰ ਬਾਹਰ ਕਿਉਂ ਲੱਭਦੀ ਫਿਰਦੀ? ਅੰਦਰ ਲੱਭ। ਅੰਦਰ ਲੱਭਣ ਵਾਲੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੀ ਤੂੰ ਮੇਰਾ ਹੋਏ ਰਹਿਓ, ਸਭ ਜਗ ਤੇਰਾ ਹੋਏ। ਆਪਣਾ ਆਪ ਸਵਾਰ ਮਹਾਰਾਜ ਜੀ ਕਹਿੰਦੇ, ਅੰਦਰ ਲੱਭ ਆਪਣੀਆਂ ਮੈਲਾਂ, ਆਪਣੇ ਵਿਕਾਰ, ਆਪਣੇ ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਮੈਲਾਂ ਨੇ, ਇਹਨਾਂ ਨੂੰ ਅੰਦਰ ਲੱਭ, ਇਹਨਾਂ ਦੀ ਸਫਾਈ ਕਰਨੀ ਸ਼ੁਰੂ ਕਰ, ਤਾਂ ਅੰਦਰ ਹੀ ਤੈਨੂੰ ਸਹੁੰ ਜਿਹੜਾ ਪਿਆਰਾ ਮਿਲ ਜਾਏਗਾ। ਔਰ ਆਪਣੇ ਆਪ ਨੂੰ ਉਹਦੇ ਅੱਗੇ ਸਰੈਂਡਰ ਕਰਕੇ ਚੱਲ। ਤੋ ਇਹ ਪ੍ਰਭੂ ਦੇ ਦਰ ਦੇ ਉੱਤੇ ਜਦੋਂ ਸੰਗਤ ਕਰਨ ਲੱਗ ਜਾਂਦੀਆਂ ਨੇ, ਜਿਹੜੀਆਂ ਦਰ ਦੇ ਉੱਤੇ ਬੈਠੀਆਂ ਰੂਹਾਂ ਨੇ ਪ੍ਰੇਮਾ ਭਗਤੀ ਵਾਲੀਆਂ, ਫਿਰ ਇਹ ਦੇਖਦੀਆਂ ਨੇ ਉਹ ਕਿੱਡੀ ਉੱਚੀ ਅਵਸਥਾ ਦੀਆਂ ਮਾਲਕ ਨੇ। ਫਿਰ ਹੋਰ ਨਿਮਰਤਾ ਆਉਂਦੀ ਉਹਨਾਂ ਦੇ ਦਰਸ਼ਨ ਕਰ ਕਰਕੇ। ਉਹ ਐਡੀ ਉੱਚੀ ਦੀ ਅਵਸਥਾ ਦੀਆਂ ਮਾਲਕ, ਉਹ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀਆਂ, ਉਹ ਵਿਕਾਰਾਂ ਤੋਂ ਪਾਰ, ਉਹ ਪਵਿੱਤਰ ਨਿਰਮਲ ਰੂਹਾਂ, ਉਹਨਾਂ ਦੀ ਸੰਗਤ ਕਰ ਕਰਕੇ ਫਿਰ ਆਪਣੀਆਂ ਮਹਿਲਾਂ ਨਜ਼ਰ ਆਉਣ ਲੱਗ ਜਾਂਦੀਆਂ। ਆਪਣੀ ਅਵਸਥਾ ਦੀ ਵੀ ਪਤਾ ਚੱਲ ਜਾਂਦੀ, ਨਾ ਸਾਡੀ ਭਗਤੀ, ਨਾ ਸਾਡੀ ਬੰਦਗੀ, ਨਾ ਸਾਡੇ ਵਿੱਚ ਸ਼ੁਭ ਗੁਣ, ਫਿਰ ਆਪਣਾ ਆਪ ਵੀ ਨਜ਼ਰ ਆਉਂਦਾ। ਫਿਰ ਉੱਥੇ ਜੀਵਾਤਮਾ ਫਿਰ ਕਹਿੰਦੀ ਹੈ, ਇੱਕ ਤੋਂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜਿਉ। ਇਹ ਤਾਂ ਇੱਕ ਤੋਂ ਇੱਕ ਚੜ੍ਹਦੀਆਂ ਕਲਾਂ ਵਾਲੀਆਂ ਰੂਹਾਂ ਨੇ, ਪਰਮਾਤਮਾ ਦੇ ਪ੍ਰੇਮ ਵਿੱਚ ਇਤਨੀਆਂ ਰੰਗੀਆਂ ਪਈਆਂ, ਤਾਂ ਮੈਨੂੰ ਕੌਣ ਜਾਣੂਗਾ? ਫਿਰ ਬੇਨਤੀਆਂ ਕਰਦੀਆਂ ਨੇ ਸਾਹਿਬ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ, ਆਪਣੇ ਗੁਰੂ ਦੇ ਅੱਗੇ, ਵੀ ਮੇਰੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਨੇ, ਇਹ ਮੈਲਾਂ ਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਇਹਨਾਂ ਤੋਂ ਮੈਨੂੰ ਖਲਾਸੀ ਦਿਓ, ਇਹਨਾਂ ਵਿਕਾਰਾਂ ਵਿੱਚੋਂ ਮੈਨੂੰ ਕੱਢੋ, ਕਿਉਂਕਿ ਮੇਰੇ ਉਪਰਾਲੇ ਕੰਮ ਨਹੀਂ ਆ ਰਹੇ। ਉਦਮ ਕਰੀ ਜਾਣਾ, ਲੇਕਿਨ ਫਿਰ ਬੇਨਤੀਆਂ ਗੁਰੂ ਦੇ ਚਰਨਾਂ ਵਿੱਚ, ਕਿਉਂਕਿ ਜੇ ਸਾਡੇ ਉਪਰਾਲੇ ਕੰਮ ਆ ਜਾਣਗੇ, ਫਿਰ ਸਾਡੀ ਮੈਂ ਰਹਿ ਜਾਊਗੀ ਵੀ ਮੈਂ ਇਹਨਾਂ ਵਿਕਾਰਾਂ ਨੂੰ ਜਿੱਤ ਲਿਆ। ਨਹੀਂ ਭਾਈ, ਉਦਮ ਕਰੀ ਜਾਣਾ, ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰੀ ਜਾਣੀ। ਜੋ ਜੋ ਵੀ ਮੈਲਾਂ ਸਾਫ਼ ਹੁੰਦੀਆਂ ਨੇ, ਕੋਈ ਉਦਮ ਉਪਰਾਲੇ ਵੱਧ ਰਹੇ ਨੇ, ਅੰਦਰ ਪ੍ਰੇਮ ਜਾਗ ਰਿਹਾ, ਆਪਣੇ ਗੁਰੂ ਦਾ ਸ਼ੁਕਰ ਕਰੀ ਜਾਣਾ, ਗੁਰੂ ਦੇ ਚਰਨਾਂ ਦੇ ਵਿੱਚ ਹੀ ਲੱਗੇ ਰਹਿਣਾ। ਤੋ ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਜਿਹੜੀ ਪ੍ਰੇਮਾ ਭਗਤੀ ਹੈ ਨਾ, ਇਹ ਜਦੋਂ ਇੰਨੀ ਕੁ ਪਰਬਲ ਹੋ ਜਾਂਦੀ, ਇੰਨੀ ਕੁ ਪਰਬਲ ਹੋ ਜਾਂਦੀ ਪ੍ਰੇਮਾ ਭਗਤੀ, ਫਿਰ ਇਹ ਪ੍ਰੇਮਾ ਭਗਤੀ ਵਾਲਿਆਂ ਨੂੰ ਫਿਰ ਜਿਹਦਾ ਪਹਿਲਾਂ ਸਾਵਾ ਰੰਗ ਸੀਗਾ, ਫਿਰ ਪੀਲਾ ਹੋ ਗਿਆ, ਮਤਲਬ ਮੈਲਾਂ ਉਤਰੀ ਗਈਆਂ ਅੰਦਰੋਂ, ਫਿਰ ਜਿਹੜੇ ਗੁਣ ਵਧੀ ਗਏ, ਹੁਣ ਇੰਨਾ ਕੁ ਪਰਬਲ ਹੋ ਗਿਆ
ਪਰ ਉਹ ਇੰਨਾ ਪ੍ਰੇਮ ਵਿੱਚ, ਉਹਦੇ ਪ੍ਰੇਮ ਵਿੱਚ ਰੰਗ ਗਈਆਂ, ਇਹਨਾਂ ਦੀਆਂ ਮੈਲਾਂ ਜਿਹੜੀਆਂ ਫਿਰ ਸਾਫ਼ ਹੋ ਜਾਂਦੀਆਂ ਨੇ। ਜਿਵੇਂ ਸੇਬ ਪਹਿਲਾਂ ਦਰਖਤ ਦੇ ਨਾਲ ਲੱਗਿਆ ਸੀ, ਉਹਦਾ ਰਸ ਚੂਸੀ ਗਿਆ, ਉਹ ਦਰਖਤ ਵਿੱਚੋਂ ਚੂਸੀ ਗਿਆ, ਇਵੇਂ ਜੀਵ ਆਤਮਾ ਗੁਰੂ ਦੇ ਬਚਨਾਂ ਵਿੱਚੋਂ ਰਸ ਲਈ ਗਈ, ਮੈਲਾਂ ਉਤਾਰੀ ਗਈ, ਗੁਰੂ ਦੇ ਬਚਨ ਕਮਾਈ ਗਈ, ਸੰਗਤ ਕਰੀ ਗਈ, ਨਾਮ ਜਪੀ ਗਈ। ਜਿੰਨੀ ਪ੍ਰਕਾਰ ਦੀ ਭਗਤੀ ਦੱਸੀ, ਕੋਈ ਵੀ ਇੱਕ ਭਗਤੀ ਨੂੰ ਲੈ ਕੇ ਜੋ ਵੀ ਚੰਗਾ ਲੱਗ ਰਿਹਾ, ਪਰਮਾਤਮਾ ਦੇ ਪ੍ਰੇਮ ਵਿੱਚ ਕਰੀ ਗਈ, ਕਰੀ ਗਈ, ਕਰੀ ਗਈ। ਜਿਵੇਂ ਸੇਬ ਪੱਕ ਗਿਆ ਰਸ ਲੈ ਲੈ ਕੇ, ਲਾਲ ਸੂਹਾ ਰੰਗ ਉਹਦਾ ਹੋ ਗਿਆ, ਇਵੇਂ ਹੀ ਜੀਵ ਆਤਮਾ ਜਿਹੜੀ ਹੈ ਇਹ ਇੰਨੀ ਫਿਰ ਗੁਣਵਾਨ ਹੋ ਗਈ, ਫਿਰ ਇਹਦਾ ਵੀ ਲਾਲ ਸੂਹਾ ਰੰਗ ਹੋ ਗਿਆ। ਫਿਰ ਇਹਨੂੰ ਨਾਮ ਦਾ ਰੰਗ ਲੱਗ ਗਿਆ, ਇਹ ਫਿਰ ਵੱਡੇ ਭਾਗਾਂ ਵਾਲੀ ਹੋ ਗਈ। ਫਿਰ ਇਹਦਾ ਇਹੋ ਜਿਹਾ ਸੂਹਾ ਰੰਗ ਹਨਾ, ਲਾਲ ਰੰਗ ਤਿਸਕੋ ਲੱਗਾ ਜਿਸ ਕਹਿ ਵੱਡ ਪਾਕਾ, ਮੈਲਾ ਕਦਨ ਹੋਵੇ ਨਾ ਲਾਗੇ ਦਾਗਾ। ਕਿਉਂਕਿ ਹੁਣ ਪੂਰੀ ਤਰ੍ਹਾਂ ਪੱਕ ਗਈ, ਇਹ ਲਾਲ ਹੋ ਗਈ। ਜਿਵੇਂ ਸੇਬ ਹੁਣ ਪੱਕ ਗਿਆ, ਹੁਣ ਰਸਦਾਇਕ ਹੈ। ਅਗਰ ਉਹਨੂੰ ਪਹਿਲਾਂ ਹੀ ਤੋੜ ਲੈਂਦੇ ਨਾ, ਫਿਰ ਉਹਦੇ ਵਿੱਚ ਰਸ ਨਹੀਂ ਸੀ, ਉਹ ਕੜੱਤਣ ਵਾਲਾ ਸੀ, ਸਾਵਾਂ ਸੀਗਾ। ਹੁਣ ਜਦੋਂ ਪੱਕ ਗਿਆ, ਫਿਰ ਉਸ ਸੇਬ ਨੂੰ ਖਾਓ, ਕਿੰਨੀ ਮਿਠਾਸ ਦਿੰਦਾ। ਹੁਣ ਇਹ ਜਦੋਂ ਜੀਵ ਆਤਮਾ ਲਾਲ ਰੰਗ ਵਾਲੀ ਹੋ ਗਈ, ਸੱਚ ਵਾਲੀ ਹੋ ਗਈ, ਪਵਿੱਤਰ ਹੋ ਗਈ, ਹੁਣ ਤਾਂ ਇਹ ਸਾਰਿਆਂ ਨੂੰ ਰਸ ਦੇਣ ਲੱਗ ਗਏ। ਇਹਦੇ ਵਿੱਚ ਆਪਣੇ ਵਿੱਚ ਇੰਨਾ ਸੱਚ ਦਾ ਰਸ ਆ ਗਿਆ, ਇਹ ਤਾਂ ਫਿਰ ਜਿੱਥੇ ਵੀ ਬੈਠ ਗਈ, ਇਹ ਬਾਕੀਆਂ ਨੂੰ ਫਿਰ ਉਹ ਰਸ ਦੇਣ ਲੱਗ ਗਏ। ਤੋ ਇਹ ਪ੍ਰੇਮਾ ਭਗਤੀ। ਔਰ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜੀ ਪ੍ਰੇਮਾ ਭਗਤੀ ਵਾਲੇ, ਇਹ ਤਾਂ ਬਾਬਾ ਹੁਣ ਅਸੀਂ ਬਾਣੀ ਤੇ ਬਹੁਤ ਬਾਣੀ ਵਿੱਚ ਮਹਾਰਾਜ ਨੇ ਦੱਸਿਆ। ਜਿਵੇਂ ਭਗਤ ਰਵਿਦਾਸ ਜੀ ਵੀ ਕਹਿੰਦੇ ਨੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਫਿਰ ਕਿਹੋ ਜਿਹੀ ਅਵਸਥਾ ਇਹਨਾਂ ਦੀ, ਇਹ ਬਾਕੀ ਪਾਸਿਆਂ ਪਰ ਡਿਟੈਚ ਹੋ ਜਾਂਦੇ ਨੇ, ਰਹਿੰਦੇ ਸੰਸਾਰ ਦੇ ਵਿੱਚ। ਇਹ ਨਹੀਂ ਕੋਈ ਘਰ-ਬਾਰ ਛੱਡ ਦਿੱਤਾ, ਕਿਤੇ ਜੰਗਲਾਂ ਚਲੇ ਜਾਏ ਜਾਂ ਕਿਤੇ ਹੋਰ ਚਲੇ ਗਏ, ਨਹੀਂ, ਰਹਿ ਸੰਸਾਰ 'ਚ ਰਹੇ ਨੇ, ਲੇਕਿਨ ਹੁਣ ਹਰ ਵੇਲੇ ਪਰਮਾਤਮਾ ਦੇ ਨਾਲ ਪ੍ਰੀਤੀ ਜੋੜੀ ਹੋਈ ਹੈ, ਔਰ ਹੋਰ ਹਰ ਪਾਸਿਓਂ ਡਿਟੈਚਡ। ਔਰ ਕਿਹੋ ਜਿਹੀ ਇਹਨਾਂ ਦੀ ਅਵਸਥਾ ਲਾਲ ਰੰਗ ਵਾਲਿਆਂ ਦੀ ਹੈ, ਇਹ ਸੁਹਾਗਣਾਂ ਦੀ ਫਿਰ ਅਵਸਥਾ ਕਿਹੋ ਜਿਹੀ ਹੈ? ਇਹ ਕਹਿੰਦੀਆਂ, ਜੋ ਤੁਮ ਗਿਰਵਰ ਤੋ ਹਮ ਮੋਰਾ। ਇਹ ਪਰਮਾਤਮਾ, ਅਗਰ ਤੂੰ ਪਰਬਤ ਹੋਵੇਂ, ਅਸੀਂ ਮੋਰ ਬਣ ਬਣ ਕੇ ਉਹਦੀਆਂ ਪੈਲਾਂ ਪਾਈਏ। ਮਤਲਬ ਇੰਨੇ ਜੁੜੇ ਹੋਏ ਵੀ ਤੂੰ ਜਿਹੜੇ ਮਰਜ਼ੀ ਰੂਪ ਵਿੱਚ ਹੋਵੇਂ, ਬਸ ਅਸੀਂ ਤੇਰੇ ਨਾਲ ਹੀ ਨਾ। ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਇਹ ਪਰਮਾਤਮਾ, ਅਗਰ ਤੂੰ ਚੰਦਰਮਾ ਹੋਵੇਂ ਤਾਂ ਅਸੀਂ ਚਕੋਰ ਬਣ ਬਣ ਕੇ, ਟਿਕਟਕੀ ਲਗਾ ਕੇ ਤੈਨੂੰ ਹੀ ਨਿਹਾਰੀ ਜਾਈਏ, ਤੇਰੇ ਹੀ ਦਰਸ਼ਨ ਕਰੀ ਜਾਈਏ, ਤੇਰੇ ਹੀ ਦਰਸ਼ਨ ਕਰੀ ਜਾਈਏ। ਜੋ ਤੁਮ ਦੀਵਰਾ ਤੋ ਹਮ ਬਾਤੀ। ਇਹ ਪਰਮਾਤਮਾ, ਜੇ ਤੂੰ ਦੀਵਾ ਹੋਵੇਂ, ਅਸੀਂ ਬੱਤੀ ਬਣ ਜਾਈਏ। ਤਾਂ ਸੰਗਤ ਜੀ, ਦੀਵੇ ਅਤੇ ਬੱਤੀ ਦਾ ਕਿੰਨਾ ਗਹਿਰਾ ਕਨੈਕਸ਼ਨ ਹੈ, ਮਤਲਬ ਇੰਨਾ ਇੱਕਮਿਕ ਹੈ ਨਾ। ਔਰ ਜੋ ਤੁਮ ਤੀਰਥ ਤੋ ਹਮ ਜਾਤੀ। ਇਹ ਪਰਮਾਤਮਾ, ਜੇ ਤੂੰ ਤੀਰਥ ਹੋਵੇਂ ਤਾਂ ਅਸੀਂ ਯਾਤਰੀ ਬਣ ਬਣ ਕੇ ਤੇਰੀ ਹੀ ਯਾਤਰਾ ਕਰਦੇ ਰਹੀਏ। ਇਤਨਾ ਫਿਰ ਗਹਿਰਾ ਪ੍ਰੇਮ, ਇਹ ਅਵਸਥਾ ਕਿਵੇਂ ਆਈ ਹੈ? ਇਹ ਇਤਨਾ ਪ੍ਰੇਮ, ਉਹ ਕਹਿੰਦੇ ਨੇ, ਤੁਮਰੇ ਭਜਨ ਕੱਟੇ ਜਮ ਫਾਸਾ। ਜਿਹੜੀਆਂ ਜਿੰਨੀਆਂ ਔਗਣ ਦੀਆਂ ਜੰਜੀਰਾਂ ਸੀਗੀਆਂ ਨਾ, ਤੇਰੀ ਭਗਤੀ ਕਰ ਕਰਕੇ ਕੱਟੀਆਂ ਗਈਆਂ ਸਾਡੀਆਂ। ਭਗਤ ਹੇਤ ਗਾਵੇ ਰੱਬ ਦਾਸਾ। ਇਹ ਤੇਰੀ ਭਗਤੀ ਦਾ ਰਸ ਲੈਣ ਦੇ ਲਈ ਤੇਰੇ ਗੁਣ ਗਾ ਰਹੇ ਹਾਂ ਅਸੀਂ। ਕਿੰਨਾ ਕਿੰਨਾ ਇਹ ਆਨੰਦ ਦੀ ਅਵਸਥਾ ਹੈ। ਇਹਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਪਰਮ ਸੁੱਖ ਹੈ ਪ੍ਰੇਮਾ ਭਗਤੀ ਦੇ ਵਿੱਚ। ਦੁਨੀਆ ਦਾ ਕੋਈ ਸੁੱਖ ਇਹਦੇ ਸਮਾਨ ਹੋ ਹੀ ਨਹੀਂ ਸਕਦਾ, ਇਹਦੇ ਵਿੱਚ ਪਰਮ ਸੁੱਖ ਹੈ। ਤੋ ਸੰਗਤ ਜੀ, ਕਿੰਨੀ ਇਹ ਤੜਪੀਆਂ ਰੂਹਾਂ ਪਰਮਾਤਮਾ ਦੇ ਪ੍ਰੇਮ ਦੇ ਲਈ ਗੁਰੂ ਕੋਲ ਗਈਆਂ, ਮਹਾਂਪੁਰਖਾਂ ਕੋਲ ਗਈਆਂ, ਰੰਗ ਰਤਨੀਆਂ ਰੂਹਾਂ ਦੇ ਕੋਲ ਗਈਆਂ, ਉਹਨਾਂ ਕੋਲੋਂ ਸਿੱਖਿਆ ਲਈ, ਵਿਕਾਰਾਂ ਨੂੰ ਛੱਡਿਆ, ਔਗਣਾਂ ਨੂੰ ਛੱਡਿਆ, ਤੇ ਪਰਮਾਤਮਾ ਦਾ ਨਾਮ ਜਪ ਜਪ ਕੇ ਇਹ ਜਿਹੜੀਆਂ ਪ੍ਰੇਮਾ ਭਗਤੀ ਦਾ ਫਿਰ ਇਹੋ ਜਿਹਾ ਰੰਗ ਲੱਗ ਗਿਆ। ਹੁਣ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਫਿਰ ਇਹੋ ਜਿਹਾ ਪ੍ਰੇਮ ਦਾ ਰੰਗ ਲੱਗ ਗਿਆ, ਇਹ ਪ੍ਰੇਮਾ ਭਗਤੀ ਦਾ ਜਿਨ੍ਹਾਂ ਨੂੰ ਇਹ ਸੰਪੂਰਨ ਰੰਗ ਲੱਗ ਗਿਆ, ਇਸ ਪ੍ਰੇਮਾ ਭਗਤੀ ਦੇ ਵਿੱਚ ਫਿਰ ਉਹਨਾਂ ਦੀ ਕੀ ਅਵਸਥਾ ਹੋ ਗਈ? ਤਾਂ ਉਹ ਇਹੋ ਜਿਹੀ ਅਵਸਥਾ ਉਹਨਾਂ ਦੀ ਹੋ ਗਈ ਪ੍ਰੇਮਾ ਭਗਤੀ ਵਾਲਿਆਂ ਦੀ, ਕਿ ਹੁਣ ਆਪਣਾ ਆਪ ਔਰ ਪਰਮਾਤਮਾ, ਇਹ ਦੋਨੋਂ ਜਿਹੜੇ ਨੇ ਨਜ਼ਰ ਆਉਣ ਲੱਗ ਗਏ। ਹਾਲੇ ਤੱਕ ਦੇਹ ਨਜ਼ਰ ਆਉਂਦੀ ਸੀ, ਹੁਣ ਪ੍ਰੇਮਾ ਭਗਤੀ ਦੇ ਵਿੱਚ ਆਪਣਾ ਨਿੱਜ ਸਰੂਪ ਨਜ਼ਰ ਆਉਣ ਲੱਗ ਗਿਆ, ਔਰ ਪਰਮਾਤਮਾ ਵੀ ਵਿਰਾਟ ਜਿਹੜਾ ਉਹ ਵੀ ਨਜ਼ਰ ਆਉਣ ਲੱਗ ਗਿਆ। ਹੁਣ ਮਹਿਸੂਸ ਹੋਣ ਲੱਗ ਗਿਆ, ਇਹ ਅਨੁਭਵ ਦਾ ਵਿਸ਼ਾ ਹੈ ਸੰਗਤ ਜੀ, ਇਹ ਅਨੁਭਵ ਹੋਣ ਲੱਗ ਗਿਆ। ਆਪਣਾ ਆਪ ਵੀ ਪਤਾ ਲੱਗ ਗਿਆ ਵੀ ਮੈਂ ਜੀਵ ਤੇ ਪਰਮਾਤਮਾ ਈਸ਼। ਹਾਲੇ ਅਸੀਂ ਦੇਹ ਵਿੱਚ ਹਾਂ, ਬੋਡੀ ਵਿੱਚ ਹਾਂ, ਹੁਣ ਆਪਣਾ ਸਮਝ ਲੱਗ ਗਿਆ ਮੈਂ ਜੀਵ ਤੇ ਪਰਮਾਤਮਾ ਈਸ਼। ਇਹ ਇੱਥੋਂ ਮਹਾਰਾਜ ਕਹਿੰਦੇ, ਇਹ ਪ੍ਰੇਮਾ ਭਗਤੀ ਜਦੋਂ ਇੱਥੇ ਲੈ ਗਈ, ਜੀਵ ਤੇ ਈਸ਼ ਹੈ, ਹਾਲੇ ਵੀ ਦੋ ਨੇ, ਪਰ ਆਪਣਾ ਆਪ ਵੀ ਪਤਾ ਚੱਲ ਗਿਆ, ਪਰਮਾਤਮਾ ਦਾ ਵੀ ਪਤਾ ਚੱਲ ਗਿਆ, ਆਪਣੀ ਆਤਮਾ ਦੀ ਸੋਝੀ ਹੋ ਗਈ।
ਵੀ ਮੈਂ ਵੀ ਉਹਦਾ ਹੀ ਅੰਸ਼ ਹਾਂ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਸੋਝੀ ਹੋ ਗਈ। ਇੱਥੋਂ ਮਹਾਰਾਜ ਕਹਿੰਦੇ ਨੇ ਪਰਾ ਭਗਤੀ ਜਿਹੜੀ ਹੈ ਫਿਰ ਉਪਜ ਜਾਂਦੀ ਹੈ। ਹੁਣ ਆਪਣੇ ਆਪ ਦੇ ਨਿੱਜ ਸਰੂਪ ਦੇ ਦਰਸ਼ਨ ਹਲੇ ਹਲੇ ਸਮਝ ਲੱਗੀ ਵੀ ਮੈਂ ਵੀ ਜੀਵ ਤੇ ਪਰਮਾਤਮਾ ਜਿਹੜਾ ਈਸ਼ ਮੇਰੇ ਵਿੱਚ ਵੀ ਉਹੋ ਜਿਹੇ ਗੁਣ ਨੇ। ਹੁਣ ਇਸ ਪਰਾ ਭਗਤੀ ਦੇ ਵਿੱਚ ਇੱਥੇ ਜਦੋਂ ਪਹੁੰਚ ਗਈ ਜੀਵਾਤਮਾ, ਫਿਰ ਹੋਰ ਪਰਮਾਤਮਾ ਦੇ ਪ੍ਰੇਮ ਵਿੱਚ, ਉਹਦੇ ਰੰਗ ਵਿੱਚ, ਉਹਦੇ ਗੁਣਾਂ ਵਿੱਚ ਰਮੀ ਰਹਿੰਦੀ ਹਰ ਵੇਲੇ। ਹੁਣ ਇਹਦੇ ਅੰਦਰੋਂ ਸਾਰੇ ਗੁਣ ਜਿਹੜੇ ਨੇ ਪ੍ਰਵੇਸ਼ ਹੋਈ ਜਾਂਦੇ ਨੇ, ਜਿਹੜੇ ਇਹਦੇ ਵਿੱਚ ਪਹਿਲਾਂ ਹੀ ਸੀਗੇ, ਜਿਹੜੇ ਕਿ ਪਰਮਾਤਮਾ ਨੇ ਰੱਖ ਕੇ ਹੀ ਭੇਜੇ ਸੀਗੇ ਇੱਕ ਜੀਵ ਦੇ ਵਿੱਚ, ਪਰਮਾਤਮਾ ਵਰਗੇ ਰੱਬੀ ਗੁਣ ਹੁਣ ਇਹਦੇ ਅੰਦਰੋਂ ਜਾਗਰਤ ਹੋਣੇ ਸ਼ੁਰੂ ਹੋ ਗਏ ਨੇ। ਹੁਣ ਉਹਦੇ ਪ੍ਰੇਮ ਵਿੱਚ ਹਰ ਵੇਲੇ ਰਹਿੰਦੀ ਹੈ। ਇਹ ਪਰਾ ਭਗਤੀ ਦੇ ਵਿੱਚ, ਪਰਾ ਭਗਤੀ ਵਿੱਚ ਕਰਦਿਆਂ ਨਾਮ ਜਪਦਿਆਂ ਉਹਦੇ ਪ੍ਰੇਮ ਵਿੱਚ ਰਹਿੰਦਿਆਂ ਉਹਦੀ ਯਾਦ ਵਿੱਚ ਰਹਿੰਦਿਆਂ ਉਹਦੀ ਬੰਦਗੀ ਕਰਦਿਆਂ ਮਹਾਰਾਜ ਜੀ ਕਹਿੰਦੇ ਨੇ ਪਰਾ ਭਗਤੀ ਦੀ ਜਿਹੜੀ ਚਰਮ ਸੀਮਾ ਹੈ ਉਹਦੇ ਵਿੱਚ ਪ੍ਰਵੇਸ਼ ਹੋ ਗਿਆ। ਤੇ ਜਿਵੇਂ ਪ੍ਰੇਮਾ ਭਗਤੀ ਦੀ ਚਰਮ ਸੀਮਾ ਹੋਵੇ ਵੀ ਲੱਗ ਗਿਆ ਲਾਲ ਰੰਗ, ਔਗਣ ਵਿਕਾਰ ਦੂਰ ਹੋ ਗਏ। ਹੁਣ ਪਰਾ ਭਗਤੀ ਦੀ ਜਿਹੜੀ ਚਰਮ ਸੀਮਾ ਹੈ, ਉੱਥੇ ਫਿਰ ਇਹ ਕਿੱਥੇ ਪਹੁੰਚਾ ਦਿੰਦੀ ਪਰਾ ਭਗਤੀ, ਜਿੱਥੇ ਜੀਵ ਅਤੇ ਈਸ਼ ਹੁਣ ਅਲੱਗ ਨਹੀਂ ਹੁੰਦੇ, ਫਿਰ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਇਹ ਉਹ ਅਵਸਥਾ ਜਿੱਥੇ ਬਾਬਾ ਕਬੀਰ ਜੀ ਨੇ ਕਹਿ ਦਿੱਤਾ, ਆਪ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਕੋਈ ਪਛਾਣ ਕੇ ਦੱਸ ਹੀ ਨਹੀਂ ਸਕਦਾ ਵੀ ਰਾਮ ਕੌਣ ਤੇ ਕਬੀਰ ਕੌਣ, ਮਤਲਬ ਹੁਣ ਇੱਕੋ ਹੀ ਰੂਪ ਹੋ ਗਏ। ਹੁਣ ਉਹ ਜਿਹੜਾ ਪਰਮਾਤਮਾ ਦਾ ਸਰੂਪ ਸੀ, ਉਹ ਪਹਿਲਾਂ ਹਲੇ ਆਪਣਾ ਆਤਮਾ ਸਰੂਪ ਵਿੱਚ ਸੀਗਾ, ਲੇਕਿਨ ਹੁਣ ਕਿਉਂਕਿ ਇਹ ਅਭੇਦ ਅਵਸਥਾ ਹੋ ਗਈ, ਇਹ ਹੈਗੀ ਅਭੇਦ ਅਵਸਥਾ, ਉਹਦਾ ਹੀ ਰੂਪ ਹੋ ਗਿਆ। ਹੁਣ ਕੋਈ ਫਰਕ ਨਹੀਂ ਦੋਨਾਂ ਦੇ ਵਿੱਚ। ਤੋ ਸੰਗਤ ਜੀ, ਕਿੰਨਾ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ। ਤੋ ਅਸੀਂ ਕੋਈ ਵੀ ਨਬਦਾ ਭਗਤੀ ਵਿੱਚੋਂ ਕਰ ਲਈਏ, ਉਹਦੇ ਤੇ ਸ਼ੁਰੂ ਹੋਈਏ, ਲੇਕਿਨ ਇਹ ਆਪਣੇ ਵੱਲੋਂ ਪ੍ਰੇਮ ਦੇ ਨਾਲ ਲੱਗੀਏ, ਨੇਮ ਦੇ ਨਾਲ ਲੱਗੀਏ। ਨੇਮ ਕਰਦਿਆਂ ਪ੍ਰੇਮ ਜਾਗੂਗਾ। ਫਿਰ ਪ੍ਰੇਮਾ ਭਗਤੀ ਦੀ ਜਿਹੜੇ ਨੇ ਅਸੀਂ ਦਰਸ਼ਨ ਕੀਤੇ ਨੇ ਬਾਣੀ ਦੇ ਵਿੱਚੋਂ, ਸਾਡੇ ਅੰਦਰ ਵੀ ਪ੍ਰੇਮ ਜਾਗੂਗਾ। ਫਿਰ ਉਸੇ ਪ੍ਰੇਮ ਦੇ ਵਿੱਚੋਂ ਗੁਰੂ ਮਹਾਰਾਜ ਦੀ ਕਿਰਪਾ ਵਰਸੀ ਤਾਂ ਪ੍ਰੇਮ ਜਾਗਿਆ ਹੈ, ਕਿਉਂਕਿ ਬਿਨਾਂ ਗੁਰੂ ਤੋਂ ਭਗਤੀ ਨਹੀਂ ਹੋ ਸਕਦੀ। ਗੁਰੂ ਮਹਾਰਾਜ ਦੀ ਕਿਰਪਾ ਜਾਗੀ ਤਾਂ ਫਿਰ ਪਰਾ ਭਗਤੀ ਵਿੱਚ ਪਹੁੰਚਾ ਦਿੱਤਾ ਸਤਿਗੁਰਾਂ ਨੇ। ਫਿਰ ਉਹ ਪਰਾ ਭਗਤੀ ਦਾ ਪਰਮ ਸੀਮਾ ਜਿਹੜੀ ਹੈ, ਫਿਰ ਪਰਮਾਤਮਾ ਦੇ ਵਿੱਚ ਅਭੇਦ, ਜਿਸ ਕਾਰਨ ਸਾਨੂੰ ਜੀਵਨ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਰੇ ਨੇ ਕਿਹਾ ਸੰਗਤ ਵਿੱਚ ਮਿਲ ਕੇ ਭਾਈ ਨਾਮ ਜਪੋ। ਤੋ ਕਿੰਨੀ ਕੁ ਫਿਰ ਸਾਨੂੰ ਸੰਗਤ ਕਰਨੀ ਚਾਹੀਦੀ ਹੈ ਨਾ। ਅਸੀਂ ਬਾਹਰ ਚੱਲ ਕੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਜਾ ਸਕਦੇ, ਘਰਾਂ ਵਿੱਚ ਬੈਠੇ ਕੋਈ ਨਾ ਕੋਈ ਆਪਾਂ ਸੰਗਤ ਹੀ ਕਰ ਰਹੇ ਹਾਂ ਹੈ ਨਾ। ਜਦੋਂ ਬਾਣੀ ਪੜ੍ਹਦੇ, ਸਹਿਜ ਪਾਠ ਵਿਦ ਮੀਨਿੰਗ ਕਰਦੇ ਹਾਂ, ਅਸੀਂ ਸੰਗਤ ਹੀ ਕਰ ਰਹੇ ਹੁੰਦੇ ਹਾਂ। ਅਸੀਂ ਕੀਰਤਨ ਸੁਣ ਰਹੇ ਹੁੰਦੇ, ਅਸੀਂ ਸੰਗਤ ਹੀ ਕਰ ਰਹੇ ਹੁੰਦੇ ਹਾਂ। ਅਸੀਂ ਕਥਾ ਵਿਚਾਰ ਸੁਣ ਰਹੇ ਹੁੰਦੇ, ਅਸੀਂ ਸੰਗਤ ਹੀ ਕਰ ਰਹੇ ਹੁੰਦੇ। ਬਸ ਗੱਲ ਕੀ ਹੈ, ਇਹ ਸਾਡੇ ਅੰਦਰ ਨੂੰ ਛੂਹ ਜਾਵੇ ਕਥਾ ਕੀਰਤਨ ਬਾਣੀ, ਤਾਂ ਕਿ ਸਾਡੀਆਂ ਵੀ ਗੁਰੂ ਦੀ ਕਿਰਪਾ ਦੇ ਨਾਲ ਮੈਲਾਂ ਉਤਰਨੀਆਂ ਸ਼ੁਰੂ ਹੋਣ। ਔਰ ਗੁਰੂ ਮਹਾਰਾਜ ਜੀ ਸਾਡੇ ਉੱਤੇ ਇਹੋ ਜਿਹੀ ਕਿਰਪਾ ਕਰਨ, ਜੋ ਮਹਾਰਾਜ ਜੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਨੇ, ਇਹ ਬਾਣੀ ਰੂਪ ਸਾਡਾ ਜੀਵਨ ਹੋ ਜਾਵੇ। ਸਾਡਾ ਹਿਰਦਾ ਵੀ ਪਰਮਾਤਮਾ ਦੇ ਪ੍ਰੇਮ ਵਿੱਚ ਰਮਿਆ ਹੀ ਰਹੇ। ਜੀਵ ਅਤੇ ਈਸ਼ ਦਾ ਵੀ ਭੇਦ ਖਤਮ ਹੋ ਕੇ ਜਿਹੜਾ ਹੈ ਅਭੇਦ ਅਵਸਥਾ ਵਿੱਚ ਗੁਰੂ ਮਹਾਰਾਜ ਜੀ ਸਾਨੂੰ ਲੈ ਜਾਣ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ, ਬੇਨਤੀਆਂ, ਜੋਦੜੀਆਂ, ਸਾਡੀਆਂ ਪੁਕਾਰਾਂ। ਸੰਗਤ ਜੀ, ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਤੁਹਾਡੇ ਚਰਨਾਂ ਦੀ ਧੂੜੀ ਦੇ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਇਵੇਂ ਸੰਗਤ ਰੂਪ ਵਿੱਚ ਬਿਠਾ ਲੈਂਦੇ ਨੇ। ਸਤਿਗੁਰਾਂ ਦਾ ਤਾਂ ਸ਼ੁਕਰਾਨਾ ਹੈ ਹੀ ਹੈ, ਪਰ ਸਤਿਗੁਰਾਂ ਦੇ ਸੰਗਤਾਂ ਦਾ ਤਾਂ ਬਹੁਤ ਬਹੁਤ ਸ਼ੁਕਰਾਨਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਵਿੱਚ ਪ੍ਰਭੂ ਪਿਆਰਾ ਵਸਦਾ ਹੈ। ਸੰਗਤ ਜੀ, ਉਮੀਦ ਹੈ ਕਿ ਜ਼ਰੂਰ ਅੱਜ ਤੋਂ ਹੀ ਅਸੀਂ ਆਪਣਾ ਨੇਮ ਵਧਾਵਾਂਗੇ, ਤਾਂ ਕਿ ਨੇਮ ਦੇ ਵਿੱਚ ਹੀ ਪ੍ਰੇਮ ਜਾਗੇਗਾ। ਆਪਣੇ ਆਪ ਨੂੰ ਸੰਕਲਪ ਵਿੱਚ ਲਓ ਵੀ ਕਿੰਨੀ ਕੁ ਹੋਰ ਬੰਦਗੀ ਕਰ ਰਹੀ, ਜੋ ਵੀ ਅੱਛਾ ਲੱਗਦਾ, ਕੀਰਤਨ ਅੱਛਾ ਲੱਗਦਾ, ਬਾਣੀ ਪੜ੍ਹਨੀ ਅੱਛੀ ਲੱਗਦੀ, ਕਥਾ ਵਿਚਾਰ ਅੱਛੀ ਲੱਗਦੀ, ਜੋ ਵੀ। ਪਰ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮਾਤਮਾ ਦੀ ਭਜਨ ਹੁੰਦਾ, ਉਹਦੀ ਬੰਦਗੀ ਕਰਨੀ, ਉਹਦੇ ਗੁਣ ਗਾਣੇ, ਇਹ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੈ। ਕਿਚਨ 'ਚ ਕੰਮ ਕਰਦਿਆਂ ਵੀ ਬੀਬੀਆਂ ਭੈਣਾਂ
ਕਥਾ, ਕੀਰਤਨ, ਸੁਖਮਨੀ ਸਾਹਿਬ ਦਾ ਪਾਠ, ਜੋ ਵੀ ਅੱਛਾ ਲੱਗ, ਸਾਰੀ ਬਾਣੀ ਗੁਰੂ ਕੀ ਹੈ, ਸਾਰੀ ਬਾਣੀ ਸਾਨੂੰ ਸੱਚ ਨਾਲ ਜੋੜ ਰਹੀ ਹੈ। ਜੋ ਵੀ ਅੱਛਾ ਲੱਗੇ, ਆਪਣਾ ਨੇਮ ਵਧਾਈਏ, ਪ੍ਰੇਮ ਵਧੇ, ਪ੍ਰੇਮ ਵੱਧਦਿਆਂ ਵੱਧਦਿਆਂ ਸਾਡੀਆਂ ਮੈਲਾਂ ਜਿਹੜੀਆਂ ਨੇ ਉਤਰ ਜਾਣ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਜ਼ਰੂਰ ਉਮੀਦ ਹੈ ਅੰਦਰ ਹਲਚਲ ਹੋਈ ਹੋਊਗੀ ਸਾਰਿਆਂ ਦੇ ਹਿਰਦਿਆਂ ਦੇ ਵਿੱਚ, ਵੀ ਇਹ ਕਿੱਡੀ ਉੱਚੀ ਅਵਸਥਾ ਹੈ ਔਰ ਅਸੀਂ ਕਿੱਥੇ ਕੁ ਬੈਠੇ ਹਾਂ। ਇੱਥੋਂ ਪਤਾ ਲੱਗਦਾ ਇੱਕ ਦੋ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਪਰ ਇਹ ਚੜ੍ਹੰਦੀਆਂ ਦੇ ਅਸੀਂ ਦਰਸ਼ਨ ਕੀਤੇ ਨੇ ਬਾਣੀ ਵਿੱਚੋਂ ਥੋੜ੍ਹੇ ਥੋੜ੍ਹੇ, ਬਹੁਤ ਬੇਅੰਤ ਦਰਸ਼ਨ ਨੇ। ਜਦੋਂ ਬਾਣੀ ਪੜ੍ਹੋਗੇ ਫਿਰ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ, ਉਹ ਕਿਹੜੀ ਅਵਸਥਾ ਦੇ ਮਾਲਕ ਨੇ। ਪਰ ਇਹਨਾਂ ਦਰਸ਼ਨਾਂ ਦੀ ਧੂੜੀ ਪਿੱਛੇ ਹੈ ਨਾ, ਤੋ ਸਾਡਾ ਵੀ ਕਲਿਆਣ ਹੋ ਕੇ ਰਹੇਗਾ, ਹੋ ਕੇ ਹੀ ਰਹੇਗਾ। ਸੰਗਤ ਅਸੀਂ ਕਰਦੇ ਰਹੀਏ। ਹੁਣ ਨਾਲ ਨਾਲ ਅਸੀਂ ਕੁਐਸਚਨ ਆਨਸਰਸ ਕਰ ਲਾਂਗੇ, ਤੇ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਵਿਚਾਰਾਂ ਹੋ ਜਾਣਗੀਆਂ। ਤੋ ਪਹਿਲਾਂ ਜਿਹੜੇ ਸੰਗਤ ਦੇ ਕੁਐਸਚਨਸ ਆਏ ਹੋਏ ਨੇ, ਅਮਰਦੀਪ ਸਿੰਘ ਜੀ ਦੱਸ ਰਹੇ ਨੇ। ਹਾਂਜੀ, ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।